ਗੁਰ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਪਾਰ ਬ੍ਰਹਮ ਅਪਰੰਪਰ ਦੇਵਾ, ਅਗੰਮ ਅਗੋਚਰ ਅਲਖ ਅਭੇਵਾ। ਪਾਰ ਬ੍ਰਹਮ ਅਪਰੰਪਰ ਦੇਵਾ, ਅਗੰਮ ਅਗੋਚਰ ਅਲਖ ਅਭੇਵਾ। ਦੀਨ ਦਿਆਲ ਗੋਪਾਲ ਗੋਬਿੰਦਾ, ਹਰਿ ਧਿਆਵੋ ਗੁਰਮੁਖ ਗਾਤੀ ਜੀਓ। ਗੁਰਮੁਖ ਮਧੂਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਦਿਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੈ ਨ ਭਾਤੀ ਜੀਓ। ਦਿਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੈ ਨ ਭਾਤੀ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜਿਸ ਸ਼ਬਦ ਦੇ ਰਾਹੀਂ ਸਤਿਗੁਰੂ ਉਸ ਅਕਾਲ ਪੁਰਖ ਦੀ, ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਜੀਵਾਂ ਨੂੰ ਉਸ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਸਤਿਗੁਰੂ ਪਿਛਲੇ ਦਿਨੀਂ ਬਖਸ਼ਿਸ਼ ਕਰ ਰਹੇ ਸੀ, ਜੋ ਕੱਲ੍ਹ ਆਪਾਂ ਸ਼ਬਦ ਸਰਵਣ ਕੀਤਾ। ਕਿ ਜਿਸ ਘਰ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ, ਉਸ ਨੂੰ ਉਹ ਮਾਲਕ ਆਪਣੀ ਬਣਾ ਲੈਂਦਾ ਹੈ। ਉਹ ਜੀਵ ਆਤਮਾ ਨੂੰ, ਉਹ ਜੀਵ ਇਸਤਰੀ ਨੂੰ ਥਿਰ ਕਰ ਫਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਅੰਧ ਬਿਨੋਦ ਤਿਤੈ ਕਰ ਸੋ ਹੈ, ਜੋ ਧਨ ਕੰਤ ਸਵਾਰੀ ਜੀਓ। ਧਨ ਹੁੰਦੀ ਹੈ ਇਸਤਰੀ, ਇੱਥੇ ਧਨ ਤੋਂ ਭਾਵ ਹੈ ਜੀਵ ਆਤਮਾ, ਜੀਵ ਇਸਤਰੀ, ਜਿਸ ਨੂੰ ਮਾਲਕ ਨੇ ਚੰਗੇ ਗੁਣਾਂ ਦਾ ਸ਼ਿੰਗਾਰ ਕਰਕੇ ਆਪਣੇ ਨਾਲ ਮਿਲਾ ਲਿਆ। ਉਸ ਦੇ ਹਿਰਦੇ ਰੂਪੀ ਘਰ ਵਿੱਚ ਹਮੇਸ਼ਾ ਹੀ ਆਨੰਦ ਖੇੜਾ, ਖੁਸ਼ੀਆਂ ਦੇ ਗੀਤ ਵੱਜਦੇ ਹਨ। ਤਾਂ ਫਿਰ ਜਦੋਂ ਸਿੱਖਾਂ ਨੇ ਸਤਿਗੁਰਾਂ ਕੋਲੋਂ ਇਹ ਬਚਨ ਸੁਣੇ ਤੇ ਮਹਾਰਾਜ ਸਾਨੂੰ ਵੀ ਮਿਲਾਓ, ਅਤੇ ਜਿਹੜਾ ਮਿਲਣਾ ਚਾਹੁੰਦਾ ਫਿਰ ਉਹਨਾਂ ਨੂੰ ਮਿਲਾਉਣਾ ਵੀ ਕੀਤਾ। ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਭਾਤ ਬਣ ਬਣ ਅਵਗਾਹੇ। ਦੁਨੀਆ ਉਸ ਪਰਮੇਸ਼ਰ ਨੂੰ ਜੰਗਲਾਂ, ਪਹਾੜਾਂ, ਦਰਿਆਵਾਂ ਦੇ ਕਿਨਾਰੇ ਲੱਭਦੀ ਫਿਰਦੀ ਹੈ, ਤਾਂ ਉਹਨਾਂ ਨੂੰ ਮਿਲਾਉਣਾ ਵੀ ਕੀਤਾ। ਜਿਵੇਂ 98 ਅੰਗ ਉੱਪਰ ਪਹਿਲੇ ਸ਼ਬਦ ਦੇ ਅਖੀਰ 'ਤੇ ਲਿਖਦੇ ਹਨ, ਕਰ ਕਿਰਪਾ ਮੋਹਿ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ।
ਜਦੋਂ ਗੁਰੂ ਨੇ ਕਿਰਪਾ ਕਰਕੇ ਮੈਨੂੰ ਪਰਮੇਸ਼ਰ ਨਾਲ ਮਿਲਾਉਣਾ ਕੀਤਾ, ਇੱਕ ਗੁਰਮੁਖ ਸਾਧੂ ਰੱਬ ਦੇ ਪਿਆਰੇ ਦੇ ਜ਼ਰੀਏ, ਤਾਂ ਮੈਨੂੰ ਸ਼ਾਂਤੀ ਧੀਰਜ ਪ੍ਰਾਪਤ ਹੋਇਆ। ਔਰ ਹੁਣ ਤਾਂ ਮੇਰਾ ਮਾਲਕ ਮੇਰੇ ਘਰੇ ਹੀ ਵਸ ਗਿਆ ਹੈ। ਪ੍ਰਭ ਅਬਨਾਸੀ ਵਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਤਾਂ ਫਿਰ ਜੀਵ ਮੰਗਲ ਉਹਦੇ ਖੁਸ਼ੀ ਦੇ ਗੀਤ ਗਾਉਂਦਾ, ਤੇ ਆਪ ਗਾਉਂਦਾ ਹੋਇਆ ਦੂਸਰਿਆਂ ਨੂੰ ਵੀ ਦੱਸਦਾ। ਅੱਜ ਦਾ ਸ਼ਬਦ ਹੈ ਮਿਲਿਆ ਹੋਇਆਂ ਦਾ ਅੱਗੇ ਦੂਸਰਿਆਂ ਨੂੰ ਜੋੜਨਾ। ਭਾਵ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਹਨ ਕਿ ਮੈਨੂੰ ਵੀ ਜਦੋਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਗਿਆਨ ਬ੍ਰਹਮ ਗਿਆਨ ਆਦਿ ਬਖਸ਼ਿਸ਼ ਕੀਤਾ, ਤਾਂ ਕੀ ਹੋਇਆ, ਮੇਰੇ ਘਰ ਵਿੱਚ ਉਹ ਆਨੰਦ ਆ ਗਿਆ। ਫਿਰ ਗੁਰਮੁਖ ਪੁੱਛਦੇ ਆ, ਮਹਾਰਾਜ ਉਹ ਕੈਸਾ ਹੈ? ਤੇ ਫਿਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹਨ, ਪਾਰ ਬ੍ਰਹਮ ਅਪਰੰਪਰ ਦੇਵਾ ਹੈ ਭਾਈ, ਉਹ ਪ੍ਰਭੂ ਨਿਰਗੁਣ ਸਰੂਪ ਵਿੱਚ ਪਾਰ ਬ੍ਰਹਮ, ਬ੍ਰਹਮ ਤਾਂ ਆਤਮਾ ਹੁੰਦੀ ਹੈ, ਤੇ ਪਾਰ ਬ੍ਰਹਮ ਪਰਮਾਤਮਾ ਹੁੰਦਾ ਹੈ। ਆਤਮਾ ਇਹ ਸੰਸਾਰ ਵਿੱਚ ਵਰਤ ਰਹੀ ਹੈ, ਪਾਰ ਬ੍ਰਹਮ ਇੱਧਰ ਵੀ ਹੈ ਤੇ ਉੱਧਰ ਪਾਰ ਦੂਜੇ ਪਾਸੇ ਵੀ ਹੈ। ਭਾਵ ਦੋਹਾਂ ਲੋਕਾਂ ਦਾ ਮਾਲਕ ਹੈ। ਸਾਰੀ ਸ੍ਰਿਸ਼ਟੀ ਦਾ, ਲੋਕ ਪਰਲੋਕ ਦਾ ਜੋ ਮਾਲਕ ਹੈ, ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਉਹ ਬ੍ਰਹਮ, ਉਹ ਆਤਮਾ, ਉਹ ਪਰਮੇਸ਼ਰ ਸਰੂਪ, ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਹਰ ਥਾਂ ਵਿਆਪਕ ਹੈ। ਪ੍ਰਕਿਰਤੀ ਕੁਦਰਤ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ। ਅਜੇ ਸ੍ਰਿਸ਼ਟੀ ਦਾ ਕੋਈ ਅੰਤ ਪਾ ਲਵੇ, ਪਰ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਦਾ ਅੰਤ ਨਹੀਂ ਪਾਇਆ ਜਾਣਾ। ਸਾਰਿਆਂ ਦਾ ਦੇਵਾ ਭਾਵ ਆਤਮਕ ਸਰੂਪ ਵੀ ਹੈ। ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤੈ ਆਤਮਾ, ਆਤਮੰ ਸ੍ਰੀ ਵਾਸੁਦੇਵਸ, ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਇਹ ਨਾਨਕ ਉਸ ਪਰਮੇਸ਼ਰ ਦਾ ਸੇਵਕ ਹੈ, ਦਾਸ ਹੈ, ਜਿਸ ਨੇ ਇਸ ਭੇਤ ਨੂੰ ਜਾਣ ਲਿਆ ਕਿ ਉਹ ਪਰਮੇਸ਼ਰ ਕਿਸ ਤਰ੍ਹਾਂ ਸਵਾਸ ਬਣ ਕੇ, ਆਤਮਾ ਬਣ ਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ। ਕ੍ਰਿਸ਼ਨ ਦਾ ਮਤਲਬ ਹੈ ਸਾਡੇ ਹਿਰਦੇ ਵਿੱਚੋਂ ਕਮਜ਼ੋਰੀਆਂ ਨੂੰ ਖਤਮ ਕਰਨ ਵਾਲਾ। ਜਿਵੇਂ ਕ੍ਰਿਸ਼ੀ ਕਹਿੰਦੇ ਹਨ ਕਿਸਾਨ ਨੂੰ, ਕਿਸਾਨ ਦਾ ਕੰਮ ਹੈ ਧਰਤੀ 'ਚੋਂ ਘਾਹ ਫੂਸ ਕੱਢਣਾ, ਫਸਲ ਨੂੰ ਪੈਦਾ ਕਰਨਾ, ਧਰਤੀ ਵਿੱਚੋਂ ਫਸਲ ਕੱਢਣੀ। ਇਸੇ ਤਰ੍ਹਾਂ ਹੀ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਇੱਕ ਨਾਮ ਕ੍ਰਿਸ਼ਨ ਪਿਆ। ਤੋ ਕ੍ਰਿਸ਼ਨ ਦਾ ਮਕਸਦ ਹੈ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਸਾਰਿਆਂ ਦੇ ਹਿਰਦੇ ਵਿੱਚੋਂ ਪਾਪਾਂ ਪੁੰਨਾਂ ਦਾ ਖਾਤਮਾ ਕਰਕੇ ਪਰਮੇਸ਼ਰ ਦਾ ਸਿਮਰਨ ਦੇਣ ਵਾਲਾ, ਨਾਮ ਦੇਣ ਵਾਲਾ। ਖੈਰ ਅੱਗੇ ਚੱਲੀਏ। ਪ੍ਰੀਤਮ ਜੀ ਕਹਿੰਦੇ ਉਹ ਪਾਰ ਬ੍ਰਹਮ ਪਰਮੇਸ਼ਰ ਜੋ ਹੈ ਅਪਰੰਪਰ ਦੇਵਾ, ਅਪਰੰਪਰ ਹੁੰਦਾ ਪਰੇ ਤੋਂ ਪਰੇ। ਸਾਰੀ ਸ੍ਰਿਸ਼ਟੀ ਦੇ ਵਿੱਚ ਜਿੱਥੇ ਸਭ ਕੁਝ ਖਤਮ ਹੋ ਜਾਵੇ, ਉਦੋਂ ਵੀ ਪਰੇ ਤੇ ਉਰੇ, ਹਰ ਥਾਂ 'ਤੇ, ਇੱਥੇ ਵੀ ਤੇ ਉੱਥੇ ਵੀ। ਜਿਵੇਂ 10ਵੇਂ ਪ੍ਰੀਤਮ ਲਿਖਦੇ ਹਨ, ਜਿਮੀ ਅਸਮਾਨ ਕੈ ਸਮਸਤ ਬੀਚ ਏਕ ਜੋਤ ਹੈ, ਨਾ ਬਾਧ ਹੈ ਨਾ ਘਾਟ ਹੈ, ਨਾ ਘਾਟ ਬਾਧ ਹੋਤ ਹੈ। ਨਾ ਘਟ ਹੈ ਨਾ ਵੱਧ ਹੈ, ਨਾ ਹੀ ਜੋ ਘਟ ਵੱਧ ਹੋਣ ਵਾਲੀ ਹੈ।
ਉਹ ਜੋਤ ਧਰਤੀ ਤੋਂ ਲੈ ਕੇ ਆਕਾਸ਼ਾਂ ਤੱਕ ਆਲ ਵਰਲਡ ਵਿੱਚ ਜਰੇ ਜਰੇ ਵਿੱਚ ਸਮਾਈ ਹੋਈ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਅਪਰੰਪਰ ਦੇਵਾ, ਅਗੰਮ ਅਗੋਚਰ ਅਲਖ ਭੇਵਾ। ਉਹ ਸਾਡੀ ਮਨ ਦੀ ਗਮਤਾ ਤੋਂ ਵੀ ਪਰੇ ਹੈ। ਮਨ ਦੀ ਗਮਤਾ ਭਾਵ ਮਨ ਦਾ ਜਾਣਾ। ਜਿਵੇਂ ਤੁਸੀਂ ਆਪਣੇ ਮਨ ਨੂੰ ਇੱਥੇ ਬੈਠੇ ਘਰੇ ਲੈ ਜਾਂਦੇ ਹੋ, ਘਰੇ ਬੈਠੇ ਦਿੱਲੀ ਦੱਖਣ ਰਿਸ਼ਤੇਦਾਰੀਆਂ ਵਿੱਚ ਵੀ ਚਲਿਆ ਜਾਂਦਾ ਹੈ। ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਾਜੀ ਅਤੇ ਦੌਲਤ ਖਾਂ ਰਾਜੇ ਨੂੰ ਗਿਆਨ ਦਿੱਤਾ ਸੀ ਬਈ ਤੁਹਾਡਾ ਮਨ ਤਾਂ ਜਿਹੜਾ ਹੈ ਘੋੜੇ ਖਰੀਦਦਾ ਫਿਰਦਾ, ਘੋੜੇ ਸਾਂਭਦਾ ਫਿਰਦਾ। ਇਹ ਮਨ ਦੀ ਇੰਨੀ ਕੁ ਗਮਤਾ ਤਾਂ ਹੈ, ਪਰ ਇਸ ਮਨ ਦੀ ਹਜੇ ਪਰਮੇਸ਼ਰ ਤੱਕ ਪਹੁੰਚ ਨਹੀਂ ਬਣੀ। ਉਹ ਤਾਂ ਬਣਦੀ ਜੇ ਗੁਰੂ ਕਿਰਪਾ ਕਰੇ। ਤੇ ਪਾਤਸ਼ਾਹ ਜੀ ਕਹਿੰਦੇ ਅਗੰਮ, ਜੋ ਗਮਤਾ ਤੋਂ ਰਹਿਤ ਹੈ, ਜਿੱਥੇ ਸਾਡੀਆਂ ਇਹਨਾਂ ਇੰਦਰੀਆਂ ਦੀ, ਇਹਨਾਂ ਨੇਤਰਾਂ ਦਾ ਵਿਸ਼ਾ ਨਹੀਂ, ਕੰਨਾਂ ਦਾ ਵਿਸ਼ਾ ਨਹੀਂ, ਜਿੱਥੇ ਸਾਡੇ ਹੱਥ ਪੈਰ ਨਹੀਂ ਪਹੁੰਚਦੇ, ਉੱਥੇ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਉਹਨੂੰ ਪਾਇਆ ਜਾ ਸਕਦਾ। ਤਾਂ ਤੇ ਉਸ ਨੂੰ ਕਹਿੰਦੇ ਹਨ ਅਗੰਮ। ਅਗੋਚਰ, ਇੰਦਰੀਆਂ ਤੋਂ ਪਰੇ, ਜਿੱਥੇ ਕਿ ਇਹ ਪੰਜੇ ਗਿਆਨ ਇੰਦਰੇ ਸਾਡੇ ਜਿਹੜੇ ਹਨ ਚਿਹਰੇ ਉੱਪਰ ਲੱਗੇ ਹੋਏ, 2 ਕੰਨ, 2 ਨਾਸਿਕਾ, 2 ਅੱਖਾਂ, 7ਵਾਂ ਜੀਭ, ਜਿੱਥੇ ਇਹਨਾਂ ਦਾ ਪਹੁੰਚਣ ਦਾ ਵਿਸ਼ਾ ਨਹੀਂ, ਉੱਥੇ ਕੌਣ ਜਾਂਦਾ? ਫਿਰ ਉੱਥੇ ਕੇਵਲ ਚੇਤਨਾ ਜਾਂਦੀ ਹੈ, ਸੁਰਤ ਜਾਂਦੀ ਹੈ। ਸੁਰਤ ਕਿਵੇਂ ਜਾਵੇਗੀ? ਗੁਰੂ ਦੀ ਕਿਰਪਾ ਨਾਲ। ਇਸ ਕਰਕੇ ਉਹਨੂੰ ਅਗੋਚਰ ਵੀ ਕਹਿ ਦਿੱਤਾ, ਜਿੱਥੇ ਕਿ ਸਾਡਾ ਇਹਨਾਂ ਪੰਜਾਂ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਪਹੁੰਚ ਸਕਦਾ, ਜਿੱਥੇ ਸਾਡੀ ਜੀਭ ਇਹ ਦੱਸ ਨਹੀਂ ਸਕਦੀ ਉਹ ਮਿੱਠਾ ਹੈ ਕਿ ਖਾਰਾ ਹੈ ਕਿ ਅਲੂਣਾ ਹੈ, ਜਿੱਥੇ ਸਾਡੇ ਕੰਨ ਉਹਨੂੰ ਸਮਝ ਕੇ ਦੱਸ ਨਹੀਂ ਸਕਦੇ। 10ਵੇਂ ਪਾਤਸ਼ਾਹ ਜੀ ਕਹਿੰਦੇ ਆ ਨਾ ਜਾਪ ਸਾਹਿਬ ਦੇ ਵਿੱਚ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ ਜੇ, ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼। ਉਹ ਜਿਹੜਾ ਅਚਲ, ਕਦੇ ਨਾ ਜਾਣ ਵਾਲਾ, ਸਦਾ ਰਹਿਣ ਵਾਲਾ, ਕਿੱਥੇ ਜਾਣਿਆ ਜਾ ਸਕਦਾ ਹੈ? ਅਨਭਉ ਪ੍ਰਕਾਸ਼। ਅਨੁਭਵ ਦੇ ਵਿੱਚੋਂ ਉਹਨੂੰ ਫੀਲ ਕੀਤਾ ਜਾ ਸਕਦਾ ਹੈ, ਅਨੁਭਵ ਕੀਤਾ ਜਾ ਸਕਦਾ ਹੈ। ਆ ਬਾਹਰਲੇ ਕੰਨਾਂ ਦਾ ਵਿਸ਼ਾ ਨਹੀਂ, ਅੰਦਰਲੇ ਕੰਨਾਂ ਦਾ ਵਿਸ਼ਾ ਹੈ। ਸੂਖਮ ਸਰੀਰ ਦਾ, ਸੂਖਮ ਸੁਰਤ ਦਾ ਉਹ ਵਿਸ਼ਾ ਹੈ। ਅਗੰਮ ਅਗੋਚਰ ਅਲਖ, ਜੋ ਲਖਿਆ ਨਹੀਂ ਜਾ ਸਕਦਾ, ਇਹਨਾਂ ਇੰਦਰੀਆਂ ਨਾਲ ਜਾਣਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਪ੍ਰੀਤਮ ਬਾਣੀ 'ਚ ਕਹਿੰਦੇ ਹਨ, ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਿਸੰਦੋ ਮਹਾਂ ਪੀਰੀ। ਉਹ ਅੱਖਾਂ ਹੋਰ ਹੈ ਜਿਨ੍ਹਾਂ ਨਾਲ ਮੇਰਾ ਮਾਲਕ ਦਿਸਦਾ। ਫਿਰ ਹੋਰ ਅੱਖਾਂ ਉਹ ਕਿਹੜੀਆਂ ਹੋਈਆਂ? ਇਹ ਗੁਰੂ ਦਿੰਦਾ। ਅੱਖਾਂ ਤਾਂ ਇਹੀ ਨਾ। ਇਹਨਾਂ ਅੱਖਾਂ ਦੇ 4 ਹਿੱਸੇ ਆ। ਹਜੇ ਤੱਕ ਅਸੀਂ ਬਾਹਰਲੀਆਂ 3 ਹਿੱਸਿਆਂ ਵਿੱਚ ਹੀ ਅੱਖਾਂ ਖੋਲ੍ਹੀਆਂ, ਚੌਥੇ ਹਿੱਸੇ ਵਿੱਚ ਗੁਰੂ ਹੀ ਅੱਖ ਨੂੰ ਖੋਲ੍ਹਦਾ। ਫਿਰ ਅੱਖ ਬਣਾਉਂਦਾ ਸਾਡੀ, ਜਿਵੇਂ ਡਾਕਟਰ ਅੱਖ ਬਣਾਉਂਦਾ ਨਾ ਬਾਹਰੀ ਚਮੜੇ ਦੀ, ਇਵੇਂ ਗੁਰੂ ਦਿਵ ਦ੍ਰਿਸ਼ਟੀ ਦੀ ਅੱਖ ਦਿੰਦਾ। ਜਿਵੇਂ ਕ੍ਰਿਸ਼ਨ ਜੀ ਅਰਜਨ ਨੂੰ ਦਿੰਦੇ ਆ, ਕਹਿੰਦੇ ਵੇਖ ਮੈਂ ਕੌਣ ਹਾਂ। ਕਹਿੰਦੇ ਤੁਸੀਂ ਕੌਣ ਹੋ? ਤੁਸੀਂ ਮੇਰੇ ਮਾਮੇ ਭੂਆ ਦੇ ਪੁੱਤਰ, ਆਪਾਂ ਰਿਸ਼ਤੇਦਾਰ ਹੀ ਹਾਂ। ਕਹਿੰਦੇ ਨਹੀਂ, ਰਿਸ਼ਤੇਦਾਰ ਤਾਂ ਅਲੱਗ ਚੀਜ਼ ਹੈ। ਅਤੇ ਜਿਸ ਵੇਲੇ ਉਸ ਨੂੰ ਦਿਵ ਦ੍ਰਿਸ਼ਟੀ ਦੇ ਕੇ ਦਿਖਾਇਆ ਆਪਣਾ ਆਪਾ, ਅਤੇ ਫਿਰ ਕੀ ਵੇਖਦਾ ਅਰਜਨ? ਵੀ ਜਿਸ ਕ੍ਰਿਸ਼ਨ ਨੂੰ ਮੈਂ ਆਪਣਾ ਕੇਵਲ ਰੱਥ ਨੂੰ ਚਲਾਉਣ ਵਾਲਾ ਰਥਵਾਹੀ ਸਮਝਦਾ, ਰਿਸ਼ਤੇਦਾਰ ਸਮਝਦਾ, ਇਹ ਤਾਂ ਪਰਮੇਸ਼ਰ ਨਿਕਲਿਆ।
ਜਿਸ ਦੇ ਵਿੱਚ ਸਾਰੀ ਸ੍ਰਿਸ਼ਟੀ ਸਮਾਈ ਹੋਈ ਆ। ਬੇਅੰਤ ਰੂਹਾਂ ਪੈਦਾ ਹੋ ਕੇ ਬਾਹਰ ਆ ਰਹੀਆਂ, ਬੇਅੰਤ ਰੂਹਾਂ ਮਰ ਕੇ ਵਿੱਚ ਜਾ ਰਹੀਆਂ, ਜਿਹਦੇ ਵਿੱਚੋਂ ਬੇਅੰਤ ਕਿਧਰੇ ਪਾਣੀ ਚੱਲ ਰਿਹਾ, ਕਿਧਰੇ ਅੱਗ ਚੱਲ ਰਹੀ ਹੈ। ਇਹ ਵੇਖ ਕੇ ਹੈਰਾਨ ਹੋਇਆ। ਤੇ ਇਸ ਗੱਲ ਨੂੰ ਦਸਵੇਂ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਲਿਖਦੇ ਆ, ਪਾਰ ਬ੍ਰਹਮ ਕੀ ਦੇਹ ਮੋ ਕੋਟਿਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋੜ ਜਲੇਸ। ਪਰਮੇਸ਼ਰ ਦੀ ਦੇਹ ਵਿੱਚ, ਹੁਣ ਦੇਹ ਕਹਿ ਦਿੱਤਾ ਤਾਂ ਇਹ ਨਾ ਸਮਝ ਲਓ ਵੀ ਐਸਾ ਹੱਡ ਮਾਸ ਦਾ ਹੋਵੇਗਾ। ਇਹ ਸਾਰਾ ਵਿਰਾਟ ਜਿਹੜੀ ਕੁਦਰਤ ਹੈ, ਇਹ ਪਰਮੇਸ਼ਰ ਦੀ ਦੇਹ ਹੈ। ਪਰਮੇਸ਼ਰ ਦੀ ਦੇਹ ਵਿੱਚ ਕੀ ਕੁਝ ਹੈ? ਪਾਰ ਬ੍ਰਹਮ ਕੀ ਦੇਹ ਮੋ ਕੋਟਿਕ ਕਰੋੜਾਂ ਹੀ ਵਿਸ਼ਨ ਮਹੇਸ਼। ਹਿੰਦੂ ਮਤ ਵਾਲਿਆਂ ਨੇ ਤਿੰਨ ਹੀ ਜਾਣੇ ਆ। ਦਸਵੇਂ ਪਾਤਸ਼ਾਹ ਕਹਿੰਦੇ ਕਰੋੜਾਂ ਹੈ, ਇਹ 1 2 3 ਨਹੀਂ ਹੈ। ਕੋਟ ਇੰਦਰ, ਇੰਦਰ ਵਰਗੇ ਵੀ ਕਰੋੜਾਂ, ਵਿਸ਼ਨੂੰ ਮਹੇਸ਼ ਵਰਗੇ ਵੀ ਕਰੋੜਾਂ। ਕੋਟ ਇੰਦਰ ਬ੍ਰਹਮਾ ਕਿਤੇ, ਤੇ ਬ੍ਰਹਮਾ ਵਰਗੇ ਵੀ ਕਰੋੜਾਂ। ਰਬ ਸਸ ਕਰੋੜ ਜਲੇਸ, ਸੂਰਜ ਚੰਦਰਮਾ ਵੀ ਕਰੋੜਾਂ। ਅਸੀਂ ਤਾਂ 2 ਹੀ ਜਾਣਦੇ ਹਾਂ, ਇੱਕ ਰਾਤ ਨੂੰ ਆਉਂਦਾ, ਇੱਕ ਦਿਨੇ ਆਉਂਦਾ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਰੋੜਾਂ ਹੀ ਆ, 1 2 ਨਹੀਂ ਹੈਗੇ। ਇਸ ਕਰਕੇ ਉਸ ਦਾ ਅੰਤ ਪਾਉਣਾ ਕਿੰਨਾ ਔਖਾ ਹੈ। ਅਲੱਖ ਅਭੇਵਾ, ਅਭੇਵਾ ਭੇਵ ਹੁੰਦਾ ਭੇਦ ਜਾਣਨਾ, ਅਭੇਵਾ ਉਹਦੇ ਭੇਤ ਨੂੰ ਪਾਉਣਾ ਬੜਾ ਔਖਾ ਹੈ। ਜਿਸੇ ਜਨਾਏ ਆਪ ਜਨਾਏ। ਕਿਸੇ ਅਣਜਾਣ ਬੰਦੇ ਨੂੰ ਤੁਸੀਂ ਜਾਣਦੇ ਨਹੀਂ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਹੀਂ ਸਮਝ ਸਕਦੇ, ਜਿੰਨਾ ਚਿਰ ਉਹ ਦੱਸੇ ਨਾ ਮੈਂ ਫਲਾਣੇ ਪਿੰਡ ਦਾ। ਕਹੋ ਸਤਨਾਮ, ਇਹ ਤਾਂ ਨਿੱਕੀ ਜਿਹੀ ਗੱਲ ਆ। ਫਿਰ ਪਰਮੇਸ਼ਰ ਦੇ ਬਾਰੇ ਆਪਾਂ ਕਿਵੇਂ ਜਾਣ ਸਕਦੇ ਹਾਂ? ਉਹ ਤਾਂ ਬਹੁਤ ਮਹਾਨ ਹੈ। ਹਾਂ, ਗੁਰੂ ਦੇ ਰਾਹੀਂ ਜਿਹਨੂੰ ਜਨਾ ਦੇਵੇ ਉਹਨੂੰ ਸਮਝ ਆ ਵੀ ਜਾਂਦੀ ਆ। ਜਿਸੈ ਜਨਾਏ ਸੋ ਜਨ ਜਾਣੈ, ਨਾਨਕ ਹਰ ਗੁਣ ਆਖ ਵਖਾਣੈ। ਜਿਨ੍ਹਾਂ ਨੂੰ ਉਹ ਜਨਾ ਦਿੰਦਾ ਉਹਨਾਂ ਨੂੰ ਸਮਝ ਆ ਜਾਂਦੀ ਹੈ। ਫਿਰ ਉਹਨਾਂ ਨੂੰ ਉਹਦੇ ਗੁਣਾਂ ਦਾ ਪਤਾ ਵੀ ਲੱਗ ਜਾਂਦਾ। ਜਿਹਦੇ ਕੋਲੇ ਆਪਣਾ ਭੇਤ ਖੋਲ੍ਹ ਦੇਵੇ, ਹਿਰਦੇ ਦਾ ਭੇਦ ਗੁੱਧਾ ਪਏ। ਅਤੇ ਕਿੰਨਾ ਕੋਲੇ ਖੇਲਦਾ ਹੈ? ਜਿਨ੍ਹਾਂ ਦਾ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰੇ ਭੇਤ ਨੂੰ ਗਾਹਾਂ ਨਹੀਂ ਖੋਲ੍ਹਣਗੇ, ਭਾਵ ਬ੍ਰਹਮ ਗਿਆਨੀ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਵੈਸੇ ਭੇਦ ਖੋਲ੍ਹਿਆ ਵੀ ਨਹੀਂ ਜਾ ਸਕਦਾ। ਜਿਵੇਂ ਕੋਈ ਗੂੰਗਾ ਮਿੱਠਾ ਖਾ ਕੇ ਕਹਿ ਨਹੀਂ ਸਕਦਾ ਕਿ ਗੁੜ ਕਿਹੋ ਜਿਹਾ ਹੈ, ਅਤੇ ਬੋਲਣ ਵਾਲਾ ਜੀ ਵੀ ਕਹਿ ਦੇਵੇ ਮਿੱਠਾ ਹੈ, ਅਤੇ ਗਾਂ ਮਿੱਠੇ ਦੇ ਬਾਰੇ ਸਮਝਾਉਣ ਦਾ ਕੋਈ ਸ਼ਬਦ ਨਹੀਂ ਹੈਗਾ ਵੀ ਮਿੱਠਾ ਕਿਹੋ ਜਿਹਾ ਹੁੰਦਾ। ਕਹੋ ਸਤਨਾਮ ਸ੍ਰੀ। ਤਾਂ ਇਸ ਕਰਕੇ ਪਰਮੇਸ਼ਰ ਦੇ ਭੇਤ ਨੂੰ ਜਾਣਨਾ ਬੜਾ ਔਖਾ ਹੈ। ਗੁਰੂ ਅਰਜਨ ਦੇਵ ਜੀ ਨੂੰ ਸਿੱਖ ਸੰਗਤਾਂ ਪੁੱਛਦੀਆਂ, ਮਹਾਰਾਜ ਜੀ ਦੀ ਤੁਸੀਂ ਇੰਨੀ ਮਹਿਮਾ ਕਰੀ ਜਾਂਦੇ ਹੋ, ਖੋਜਤ ਖੋਜਤ ਦਰਸ਼ਨ ਚਾਹੇ ਸਾਨੂੰ ਵੀ ਦੱਸ ਦਿਓ ਕਿਹੋ ਜਿਹਾ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਅੰਧ ਬਨੋ ਤਿਤੇ ਕਰ ਸੋਹੇ, ਜੋ ਧਨ ਕੰਤ ਸ਼ਿੰਗਾਰੀ ਜੀਓ। ਜਿਸ ਧਨ ਇਸਤਰੀ ਨੂੰ ਕੰਤ ਨੇ ਸ਼ਿੰਗਾਰ ਕਰਤਾ। ਸੰਸਾਰੀ ਕੰਤ ਹੈ ਜਿਹੜਾ, ਉਹ ਕੱਪੜੇ ਲਿਆ ਦੂਗਾ, ਗਹਿਣੇ ਲਿਆ ਦੂਗਾ, ਵਸਤਰ ਲਿਆ ਦੂਗਾ, ਪਰ ਉਹ ਕੰਤ ਕੀ ਦਿੰਦਾ ਹੈ? ਉਹ ਚੰਗੇ ਗੁਣ, ਬੰਦੇ 'ਚ ਗੁਣ ਭਰਦਾ। ਜਿਵੇਂ ਬਾਬੇ ਨਾਨਕ ਨੇ ਮਰਦਾਨੇ ਨੇ ਕਿਹਾ, ਮਹਾਰਾਜ ਅੱਜ ਤਾਂ ਤੁਹਾਡੀ ਮੰਗਣੀ ਹੋਈ ਹੈ, ਕੁਛ ਦਿਓ, ਵਧਾਈਆਂ। ਬਾਬਾ ਜੀ ਕਹਿੰਦੇ ਵਧਾਈਆਂ ਤਾਂ ਠੀਕ ਹੈ ਮਰਦਾਨੀਆਂ, ਕੀ ਦੇਵਾਂ? ਮਹਾਰਾਜ ਜੋ ਮਰਜ਼ੀ ਦਿਓ। ਕਹਿੰਦੇ ਵੇਖ ਲੈ ਕਿਤੇ ਗੁੱਸੇ ਨਾ ਹੋ ਜੀ ਵੀ ਇਹ ਕੀ ਦਿੱਤਾ। ਜੋ ਮੰਗੇਗਾ ਉਹੀ ਦੇਊਂਗਾ। ਫਿਰ ਸੋਚਣ 'ਚ ਪੈ ਗਿਆ ਵੀ ਯਾਰ ਮੈਂ ਕਿ ਥੋੜ੍ਹਾ ਨਾ ਮੰਗ ਲਾਂ, ਬਾਬੇ ਨੇ ਬਾਹਲਾ ਦੇਣਾ ਹੋਵੇ। ਗੱਲ ਵੀ ਇੱਦਾਂ ਹੀ ਹੁੰਦੀ ਹੈ ਕਈ ਵਾਰੀ। ਕਹਿੰਦਾ ਜੀ ਨਹੀਂ, ਜੋ ਤੁਹਾਨੂੰ ਠੀਕ ਲੱਗਦਾ ਉਹ ਦੇ ਦਿਓ। ਕਹਿੰਦੇ ਤੈਨੂੰ ਤਾਰ ਦਾ ਗੁਣ ਦਿੱਤਾ, ਭਾਵ ਰਬਾਬ ਵਜਾਉਣ ਦਾ। ਜਿਹਨੂੰ ਮਰਦਾਨੇ ਨੂੰ ਮਠਿਆਈ ਸੇਰ ਦੇ ਦਿੰਦੇ, ਆਥਣ ਨੂੰ ਮੁੱਕ ਜਾਂਦੀ। ਜੇ ਪੈਸੇ ਦੇ ਦਿੰਦੇ ਉਹ ਵੀ ਮੁੱਕ ਜਾਂਦੇ। ਜੇ ਮਰਦਾਨੇ ਨੂੰ ਕੋਈ ਚੋਲਾ ਦੇ ਦਿੰਦੇ ਉਹ ਵੀ ਮੁੱਕ ਜਾਂਦਾ। ਦਿੱਤਾ ਕੀ? ਗੁਣ, ਰਬਾਬ ਵਜਾਉਣ ਦਾ। ਜਿਸ ਰਬਾਬ ਨੂੰ ਵਜਾ ਵਜਾ ਕੇ ਮਰਦਾਨੇ ਦੀ ਕੁੱਲ ਦੇ ਬੱਚੇ ਅੱਜ ਤੱਕ ਖਾ ਰਹੇ ਆ। ਕੋਈ 500 ਸਾਲਾਂ ਤੋਂ। ਗੁਣ, ਗੁਣ ਕਿੱਡਾ ਕੀਮਤੀ ਆ। ਆਹ ਕਥਾ ਦਾ ਗੁਣ ਹੈ, ਇਹਦੇ ਨਾਲ ਜੀਵਨ ਲੰਘ ਰਿਹਾ। ਕੋਈ ਸਤਨਾਮ ਸੀ।
कीर्तन का गुण है रागियां कोले, जिमींदार कोले खेतीबाड़ी का गुण है, मास्टरां कोले पढ़ाउण का गुण है। ये गुणां दे नाल ही जिंदगी पलदी है साडी सब दी। कहो सतनाम श्री। इस करके परमेश्वर उन्हां जीव इस्त्रियां नूं जिहड़ियां उहदा नाम जपदियां गुण भर दिंदा है, गुणां दा शंगार करदा है। ते गुणां दे शंगार वाले दे गुण मुकदे नहीं, ना मैले होण। गुण कदे पुराना नहीं हुंदा गा। लाल रंग तिसको लगा जिसकै वडभागा, मैला कदे न होवी न लागै दागा। तो चंगे गुण जिहड़े हन, गुण चंगे ही हुंदे आ, वैसे चंगे कहण दी लोड़ नहीं, औगण माड़े हुंदे आ। ते गुण जिहड़े हुंदे हन जदों किसे विच गुरु भरदा है ते फिर उहदी महिमा हुंदी आ। मेरे प्रीतम जी कहंदे तां सिखां ने पुछिआ, महाराज सानूं भी दसो, असीं तां आप लभदे फिरदे आ। फिर दसदे आओ किहो जिहा, सुणो। माज महला पंजवा, पार ब्रह्म अपरंपर देवा, अगम अगोचर अलख अभेवा। ओह इन्हां इंद्रियां दी पहुँच तो परे है। 10वें पातशाह जी कह रहे सी, अनभव प्रकाश अमितोज कहिजै। अनभव सुरत दे विच फील किया जा सकता, जिमें गुड़ खा के मिठा फील किया जाता है, उस तरह ही उस परमेश्वर नूं फील किया जाता है, अनुभव किया जा सकता है। अगम अगोचर अलख अभेवा। होर किहो जिहा महाराज, होर सुन लो। दीन दयाल गोपाल गोबिंदा, वो गरीबां दा साथी आ। इस करके उन्होंने गरीब नवाज भी कहते आ, अमीर नवाज नहीं कहा। कहो सत, अमीर नवाज नूं माया नवाजदी है, गरीबां नूं परमेश्वर नवाजदा। कहो सतनाम श्री। वो गरीब नवाज है, दीन दयाल, गरीबां ते दया करन वाला। अच्छा महाराज, बड़ा कमाल दी गल है। होर किहो जिहा है? गोपाल, सारी सृष्टि नूं पालण वाला। गुरु नानक पातशाह किहदे नाल है भला? नीचा अंदर नीच जात, नीची हूँ अत नीच, नानक तिनके संग साथ। जिन्हां दा कोई नहीं उन्हां दा बनदा ओह। वड्डियां स्यों क्या अरीस, जिन्हां नूं माया ते भरोसा है, रिश्तेदारां ते भरोसा है, जिन्हां नूं किसी वड्डे अफसरां ते भरोसा है, साडी फलाने नाल सिद्धि है, कहने चंगा जा उन्हां नाल सिद्धि कर ला तूं। नामदेव जी यात्रा ते गए आ ते मुड़ के आए ते गवांढी ने उन्हां दा प्लाट जिहड़ा सी ना उहदे विचों थां कट लिया। भाव जिथे भगत जी दा घर सीगा ना, किते गवांढी आपदा घर पाउण लग्या, उहदी कंध टेढ़ी हुंदी सी, उहने जान बुझ के नामदेव दे थां विचों कंध सिद्धी कर ली। ध्यान दिओ माड़ा जा, भगतां ने की कहा फिर। भगत जी कहते भाई आ की कीता तूं, साडा थां खराब करता, तू आप दा सीधा कर लिया। ओह जिन्हों वड्डे अफसरां दे कोई भरोसा होना है, कहना फिर की कर लेगा, मैं तो घर सीधा करना सी कर लिया, तू की कर लेगा। भगत जी कहने असी तो की करना, जा लिया जिहड़ा तेरा हैगा। भगत जी ने बड़ा सुंदर शब्द उचारिया, गहरी करके नीम खुदाई ऊपर मंड पछाए। कहते या तू डूंघियां न्योआं पट के उत्ते महल पा लिया, साडा थां खराब करता तू। मार कंडे ते कोद घाई। एक ऋषि होया मारकंडा, लख वरे दी आरजा सीगी, सिर ते खिप रख के टाइम टपा गए, आप तो 100 साल ही टपाउणा। कोई सतनाम सी। खिप हुंदा घाह जा हुंदा, उहदा प्लेट जी बना के सिर ते रख ली, धुप लगण तो सिर नूं। मार कंडे ते कोद घाई, जिन त्रिण धर मूंड बुलाए। हमरो करता राम स्नेही, साडा तो एक परमेश्वर ही आ, स्नेहे मित्र। हमरो करता राम स्नेही,
ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਤੂੰ ਮੈਨੂੰ ਕਹਿਣਾ ਜਾ ਲਿਆ ਜਿਹਨੂੰ ਲਿਆਉਣਾ, ਮੈਂ ਤਾਂ ਕਿਹਨੂੰ ਲਿਆਉਣਾ, ਮੇਰਾ ਮਾਲਕ ਤਾਂ ਪਰਮੇਸ਼ਰ ਹੀ ਹੈ ਭਰਾਵਾ। ਤੇਰੀ ਠਾਣੇਦਾਰ ਨਾਲ ਸਿੱਧੀ ਹੋ ਗਈ ਪਰ ਮੇਰੀ ਨਹੀਂ ਹੈਗੀ। ਕਹੋ ਸਤਨਾਮ ਸ੍ਰੀ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸਹਿ ਭਾਈ। ਦੁਰਯੋਧਨ ਵਰਗੇ 100 ਭਰਾ ਸੀ, ਪਾਂਡਵਾਂ ਨੂੰ ਕਹਿੰਦੇ ਅਸੀਂ ਤੇਰਾ ਹੱਕ ਦਿੰਦੇ ਨਹੀਂ ਖੇਤੀ ਆਪਣਾ ਰਾਜ ਭਾਗ 'ਚੋਂ। ਦੁਰਯੋਧਨ ਸਹਿ ਭਾਈ 12 ਜੋਜਨ ਛਤਰ ਚਲੇ ਥਾ। ਦਿੱਲੀ ਹਸਤਨਾਪੁਰੀ, ਦਿੱਲੀ ਦੇ ਵਿੱਚੋਂ 4 ਛਪੇਰੇ 12 ਚੌਕੇ 48 48 ਕੋਹ ਤੱਕ ਜਿਨ੍ਹਾਂ ਦਾ ਰਾਜ ਸੀ। ਕਹੋ ਸਤਨਾਮ ਸ੍ਰੀ। ਜੋਜਨ ਹੁੰਦਾ 4 ਕੋਹ ਦਾ ਅਤੇ 12 ਜੋਜਨ 12 ਚੌਕੇ 48। 12 ਜੋਜਨ ਛਤਰ ਚਲੇ ਤਾਂ ਛਤਰ ਹੁੰਦਾ, ਛਤਰ ਘੁੰਮਣਾ ਭਾਵ ਉੱਥੋਂ ਤੱਕ ਉਹ ਜਾਂਦਾ ਸੀ ਰਾਜ ਉਹਦਾ। ਦੇਹੀ ਗਿਰਜਨ ਖਾਈ ਤੇ ਹਾਲਤ ਕੀ ਹੋਈ, ਕੁੱਤੇ ਬਿੱਲੇ ਖਾ ਗਏ ਉਹਨਾਂ ਦੀ ਵੰਸ ਨੂੰ। ਹੋਰ ਤਾਂ ਹੋਰ ਦੁਰਯੋਧਨ ਨੂੰ ਕੋਈ ਖਾ ਨਹੀਂ ਸਕਿਆ, ਰੁਲਦਾ ਹੀ ਰਿਹਾ। ਇੰਨਾ ਗੰਦਾ ਜੀਵਨ ਸੀ ਉਸ ਦਾ। ਬੱਜਰ ਹੋ ਗਿਆ ਸੀ, ਪੱਥਰ ਹੋ ਗਿਆ ਸੀਗਾ। ਗਿਰਜਾ ਨੇ ਵੀ ਨਹੀਂ ਖਾਧਾ ਉਸ ਨੂੰ। 2 ਅਰਥ ਹੈ ਇਸ ਸ਼ਬਦ ਦੇ। ਦੇਹੀ ਗਿਰਜਨ ਖਾਈ, ਜੇ ਗਿਰਜਨ ਕਹੀਏ ਤਾਂ ਬਹੁ ਵਚਨ ਹੈ ਕਿ ਕੁਰਸ਼ੇਤਰ ਦੇ ਜੰਗ ਵਿੱਚ ਇੰਨੀ ਮੁਰਦੇਹਾਨ ਹੋਈ, ਇੰਨੇ ਲੋਕ ਮਰੇ ਕਿ ਸੰਭਾਲੇ ਨਹੀਂ ਗਏ, ਉਹਨਾਂ ਨੂੰ ਜਾਨਵਰਾਂ ਨੇ ਖਾਧਾ, ਗਿਰਜਾਂ ਨੇ, ਕੁੱਤਿਆਂ ਬਿੱਲਿਆਂ ਨੇ ਖਾਧਾ। ਦੂਜਾ ਅਰਥ ਕਰੀਏ ਦੇਹੀ ਗਿਰਜ ਨਾ ਖਾਈ ਤਾਂ ਦੁਰਯੋਧਨ ਦਾ ਸਰੀਰ ਕਹਿੰਦੇ ਬੱਜਰ ਦਾ ਬਣ ਗਿਆ ਸੀ, ਉਹਨੂੰ ਗਿਰਜਾਂ ਵੀ ਨਹੀਂ ਖਾ ਸਕੀਆਂ, ਉਹ ਵੀ ਰੁਲ ਗਿਆ। ਕਹੋ ਸਤਨਾਮ ਸੀ। 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਸਰਬ ਸੋਇਣ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਸਾਰੀ ਲੰਕਾ, ਉਹਦਾ ਦੇਸ਼ ਸੋਨੇ ਦਾ ਬਣਿਆ ਹੋਇਆ ਸੀ ਰਾਵਣ ਦਾ। ਉਦੋਂ ਵੱਡਾ ਤਾਂ ਨਹੀਂ ਤੂੰ ਹੈਗਾ ਮੈਨੂੰ ਲੱਗਦਾ। ਭਗਤ ਨਾਮਦੇਵ ਜੀ ਕਹਿੰਦੇ ਉਦੋਂ ਵੱਡਾ ਤਾਂ ਨਹੀਂ ਹੈਗਾ ਤੂੰ। ਉਹਦਾ ਵੀ ਹਾਲਤ ਵੇਖ ਲਾ। ਸਰਬ ਸੋਇਣ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ। ਕਹਿਣ ਲੱਗੇ ਤੂੰ ਉਦੋਂ ਵੱਡਾ ਤਾਂ ਨਹੀਂ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਉਹਦੇ ਘਰੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ। ਇਹਨਾਂ ਮਹਿਲਾਂ ਦੇ ਵਿੱਚ ਦੀਵਾ ਕੌਣ ਜਗਾਊਗਾ? ਤੇਰੇ ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਪਤਾ ਨਹੀਂ ਫਿਰ ਅੱਗੇ ਕੀ ਹੁੰਦਾ ਜੇ ਸਹਿਸਵਾ ਭਗਤ ਬੋਲ ਦੇਣ। ਖੈਰ, ਮੈਂ ਗੱਲ ਕਰ ਰਿਹਾ ਸੀ ਉਹ ਪਰਮੇਸ਼ਰ ਕੈਸਾ ਹੈ। ਦੀਨ ਦਿਆਲ ਗੋਪਾਲ ਗੋਬਿੰਦਾ। 5ਵੇਂ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਉਹ ਪਰਮੇਸ਼ਰ ਨੂੰ ਜਪਿਆ ਕਰੋ, ਕਿੱਡਾ ਚੰਗਾ ਹੈ, ਕਿੰਨੇ ਗੁਣਾਂ ਦਾ ਮਾਲਕ ਹੈ, ਗਰੀਬਾਂ ਦਾ ਸਾਥੀ ਹੈ, ਗਰੀਬਾਂ 'ਤੇ ਦਇਆ ਕਰਨ ਵਾਲਾ ਹੈ। ਗੋ ਕਹਿੰਦੇ ਆ ਸ੍ਰਿਸ਼ਟੀ ਨੂੰ, ਧਰਤੀ ਦੇ ਜੀਵਾਂ ਨੂੰ। ਪਾਲ ਕਹਿੰਦੇ ਆ ਪਾਲਣ ਵਾਲਾ। ਸਾਰੀ ਧਰਤੀ ਦੇ ਜੀਵਾਂ ਨੂੰ ਪਾਲਣ ਵਾਲਾ ਉਹ ਹੈ ਗੋਬਿੰਦਾ। ਬਿੰਦ ਹੁੰਦਾ ਬਣਾਉਣ ਵਾਲਾ ਅਤੇ ਗੋ ਹੈ ਧਰਤੀ। ਇਸ ਜੀਵਾਂ ਨੂੰ ਸਾਜਣ ਵਾਲਾ ਵੀ ਉਹ ਹੈ, ਪਾਲਣ ਵਾਲਾ ਵੀ ਉਹ ਹੈ ਅਤੇ ਮਾਰਨ ਵਾਲਾ ਵੀ ਉਹ ਹੀ ਆ। ਕਹੋ ਸਤਨਾਮ ਸ੍ਰੀ। ਗੋਪਾਲ ਗੋਬਿੰਦਾ ਐਸਾ ਉਹ ਪਰਮੇਸ਼ਰ ਸਭ ਦਾ ਪ੍ਰਕਾਸ਼ਕ। ਪਿਆਰੇ ਸੱਜਣੋ, ਐਸੇ ਵਿਸ਼ੇਸ਼ਣਾਂ ਵਾਲੇ, ਐਸੇ ਗੁਣਾਂ ਵਾਲੇ ਪਰਮੇਸ਼ਰ ਨੂੰ ਹਰ ਧਿਆਵੋ ਗੁਰਮੁਖ ਗਾਤੀ ਜੀਓ। ਉਸ ਨੂੰ ਗਤੀ ਦੇ ਹੁਣ 2 ਅਰਥ ਕਰਾਂਗੇ। ਇੱਕ ਅਰਥ ਹੈ ਕਿ ਹਰ ਵੇਲੇ ਚੱਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ। ਦੂਜਾ ਅਰਥ ਹੈ ਤੁਹਾਡੀ ਮੁਕਤੀ ਹੋਵੇਗੀ। ਐਸੇ ਪਰਮੇਸ਼ਰ ਨੂੰ ਸਿਮਰਿਆ ਕਰੋ। ਗਤੀ ਦਾ ਅਰਥ ਮੁਕਤੀ ਵੀ ਹੈ, ਗਤੀ ਦਾ ਅਰਥ ਚਾਲ ਵੀ ਹੈ। ਹਰ ਧਿਆਵੋ ਗੁਰਮੁਖ ਗਾਤੀ ਜੀਓ। ਮਹਾਰਾਜ ਕਮਾਲ ਹੋ ਗਈ। ਕਿੰਨੇ ਕੁ ਗੁਰਮੁਖ ਹਨ ਜਣ ਗੁਰਾਂ ਦੁਆਰਾ ਉਸ ਪਰਮੇਸ਼ਰ ਨੇ ਪਾਰ ਲਾਏ। ਮਹਾਰਾਜ ਕੁਝ ਦੱਸੋ। ਤੋ ਜਦੋਂ ਹਾਥੀ ਦੀ ਪੈੜ ਦੀ ਗੱਲ ਕਰਦੀ ਹੈ ਨਾ, ਵਿੱਚ ਸਾਰੇ ਹੀ ਆ ਜਾਂਦੇ ਆ। ਫਿਰ ਇਸੇ ਤਰ੍ਹਾਂ ਸਤਿਗੁਰਾਂ ਨੇ ਫਿਰ ਇੱਥੇ ਸਭ ਤੋਂ ਭੈੜੇ ਦੈਂਤਾਂ ਦਾ ਨਾਂ ਲਿਖਿਆ। ਕਹਿੰਦੇ ਉਹ ਦੈਂਤ ਵੀ ਤਾਰਤੇ। ਕਿਹੜੇ? ਗੁਰਮੁਖ ਮਧੂਸੂਦਨ ਨਿਸਤਾਰੇ। ਮਧੂ ਤੇ ਕੈਟਬ 2 ਦੈਂਤ ਹੋਏ ਨੇ ਜਿਨ੍ਹਾਂ ਨੂੰ ਕ੍ਰਿਸ਼ਨ ਜੀ ਨੇ ਮਾਰਨਾ ਕੀਤਾ, ਜਿਨ੍ਹਾਂ ਦਾ ਖਾਤਮਾ ਕੀਤਾ।
ਉਹਨਾਂ ਨੂੰ ਕੱਟਣ ਵਾਲਾ परमेश्वर, संसार समुद्र तो पार करने वाला। क्योंकि कई परमेश्वर अवतारां दे रूप च दुनिया विच आए ते जिन्हां नूं उन्हां ने अपने हत्थां नाल मारिया, शरीर चों मुक्ति दित्ती। समझो को सतनाम श्री। चाहे वो एक अजगर नाग, भयानक मोटा सप जिन्हों हरगोबिंद साहब ने सज्जा पैर उहदे सिर ते रख के उहदा शरीर छड़ाया तो मुक्ति दित्ती ना। ਉਹ ਲੋਕ जिन्हां ने बड़े पाप कीते होणगे, जिन्हां पापां दे कारण ਉਹ भटक रहे सन, ते अवतारां ने, ऋषियां मुनियां ने, पैगंबरां ने, परमेश्वर दे प्यारियां ने आके उन्हां दा उद्धार कीता। कौडे राक्ष नूं बाबे नानक ने तारिया, मरदाने दे राहीं उहदे तक पहुँचे। प्रीतम जी कहंदे गुरमुख मधुसूदन निस्तारे, गुरु की किरपा नाल मधु कैटब वर्गे दैंतां दा खात्मा हो गया। इत्थे गुरमुख शब्द परमेश्वर वास्ते वरते है। गुरमुख शब्द जिहड़ा है वह तिन्नां थावां ते वरतिया जा सकदा है। गुरमुख परमेश्वर वास्ते भी, गुरमुख गुरु वास्ते भी, गुरमुख सिख वास्ते भी। को सतनाम सी। गुरमुख नादं गुरमुख वेदं गुरमुख रहा समाई। सिखां दे विच ओह आत्मा करके समाया होया, वेदां विच ओह शब्द बन के समाया होया, ते खुद भी ओह शरीरां तो रहत है। को सतनाम श्री। इत्थे गुरमुख शब्द परमेश्वर वास्ते वरते है। उस परमेश्वर ने गुरु दे राहीं बेअंत भयानक मधु कैटब वर्गे दैंतां दा उद्धार कीता। गुरमुख संगी कृष्ण मुरारे। इत्थे गुरमुख गुरमुखां वास्ते, ऋषियां मुनियां वास्ते जां सिखां ਸਿੰਘਾਂ वास्ते वरतिया गया। इत्थे किहड़ा गुरमुख है? जिहदा संग परमेश्वर ने कीता। वाल्मीक, कृष्ण ने वाल्मीक दा जिहड़ा साथ दिता। को सतनाम श्री। जिहड़ा वाल्मीक किसे बारे संसार दे विच बहुत भैड़ा जीवन बतीत कर रहा सीगा, पर जिस वेले उहनूं संतां ने ज्ञान कराया, साधुआं दे जथे ने ज्ञान कराया, फिर वो सिमन विच बह गया। ते सिमन दी समाधि च ऐसा बैठा सैकड़े साल बतीत हो गए उत्थे बैठे नूं। को सतनाम श्री। किते दुबारे साधुआं ने गेड़ा मारिया, उसे जंगल चों फिर लंघे जिथे वो टकरिया सीगा। कहने यार इत्थे एक बंदा बिठा गए सी आपां नाम जपण वास्ते, किधर गया भला वेखी है कि नहीं। आसे पासे फरोलिया तो एक थां पत्तियां दा ढेर लग्या पिया। वो पत्ते फरोले तो पत्तियां दे विच बैठा, क्योंकि पट झड़ना उड़दे हुए पत्ते किसी होर दे नाल लगी जांदे आ, इकट्ठे होई जांदे। वो सारे पत्ते उहदे उत्ते इकट्ठे हो गए। 12 साल ओह उहदे विच बैठा रहा। दसदे को सतनाम श्री। जदों पत्ते पासे कीते, वो समाधि भी चलिया गया। हुण उहदी सुरत ताहां चढ़ चुकी सी, शरीर हलदा नहीं सी। इन्हां ने मालशां मूलशां करके ध्यान चों कढिया बाहर। हत्थां ते पैरां दीयां मालशां करके सुरत हेठां लाही जांदी, जे चढ़ जे किसे दी तो गर्म तेल मल के, ते जदों उहदा थल्ले उतरिया ध्यान, ते वो वाल्मीक साधुआं दे चरनी पै गया। ते उस वाल्मीक ने एक रामायण लिखी। उहने वो रामायण लिखी सी अपने अंदर दी हालत सारियां दी, अपने सारियां दी। रावण भी अंदर है। क्रोध, अहंकार, लोभ, मोह, ये सारा रावण दे साथी है। राम शब्द भी अंदर है। आत्मा सीता भी अंदर है। भटकन वाला भजन वाला लक्ष्मण भी अंदर है। उन्हें अपने अंदर ही एक्टर तैयार किए। अंदरली गीता, अंदरली रामायण कढ़ के बाहर ग्रंथां 'च लिखती वाल्मीक ने। कहंदे ते परमेश्वर ने अपने उस चीज़ ते पर्दा पाउण वास्ते ओहे जे बंदे बाहर पैदा करते। रावण करता, राम बन के आ गया, सीता बनाती, लक्ष्मण बनाता, रावण दे साथी बनाते। तो इस तरह जो वाल्मीक होया उस दा साथ कहंदे फिर कृष्ण जी ने, परमेश्वर ने दिता। गुरमुख संगी कृष्ण मुरारे। कहन लगे गुरमुखां नूं उस परिपूर्ण परमेश्वर परमात्मा ने कृपा की। उन्हां साथ दुर्वाशे रिखी वर्गे गुरमुखां दा संगी खुद करवेश्वर मुरारी होया।
ਮੁਰਾਰੀ ਨਾਮ ਵੀ ਇੱਕ ਅਨੋਖਾ ਕ੍ਰਿਸ਼ਨ ਦਾ। ਜਿੰਨੇ ਵੀ ਪਰਮੇਸ਼ਰ ਦੇ ਨਾਮ ਪਏ ਹੈ ਉਹ ਕਿਸੇ ਨਾ ਕਿਸੇ ਕੰਮ ਕਰਕੇ ਪਏ ਆ। ਮੁਰ ਨਾਮ ਦਾ ਇੱਕ ਦੈਂਤ ਸੀਗਾ ਤੇ ਆਰ ਹੁੰਦਾ ਮਾਰਨ ਵਾਲਾ। ਉਸ ਮੁਰ ਨਾਮੇ ਦੈਂਤ ਨੂੰ ਮਾਰ ਕੇ ਵੀ ਕ੍ਰਿਸ਼ਨ ਜੀ ਨੇ ਉਸ ਦਾ ਉਧਾਰ ਕੀਤਾ। ਇਸ ਕਰਕੇ ਉਹਨੂੰ ਮੁਰਾਰੀ ਕਹਿਣ ਲੱਗ ਪਏ। ਬੰਜਰਾਵਨ ਮਥੁਰਾ ਦੀਆਂ ਗੋਪੀਆਂ ਦੁੱਧ ਵੇਚਣ ਜਾਂਦੀਆਂ ਰੋਜ਼ਾਨਾ, ਘੜੇ ਰੱਖ ਕੇ ਸਿਰ ਦੇ ਉੱਤੇ। ਤੇ ਕ੍ਰਿਸ਼ਨ ਕਹਿੰਦੇ ਇੱਕ ਦਿਨ ਜੰਗਲ ਦੇ ਵਿੱਚ ਗਊਆਂ ਚਾਰਦਾ ਫਿਰਦਾ ਆਪਣੀਆਂ, ਤੇ ਇਹਨਾਂ ਦਾ ਸੁਭਾਅ ਸੀ ਬੰਸਰੀ ਵਜਾਉਂਦੇ ਰਹਿਣਾ। ਬੰਸਰੀ ਹੱਥ 'ਚ ਹੁੰਦੀ। ਇੱਕ ਦਿਨ ਬੜਾ ਹੀ ਧਿਆਨ ਜੋੜ ਕੇ ਇੱਕ ਪੈਰ ਉੱਪਰ ਕਰਕੇ ਤੇ ਇੱਕ ਪੈਰ ਇੱਕ ਇੱਟ 'ਤੇ ਰੱਖ ਕੇ, ਅੱਧੀ ਇੱਟ 'ਤੇ ਰੱਖ ਕੇ ਖੜ੍ਹਾ ਹੈ, ਜਿਵੇਂ ਉਹਦੀ ਫੋਟੋ ਬਣਾਈ ਹੁੰਦੀ ਹੈ ਕਈ ਅਗਰਬੱਤੀਆਂ ਵਾਲੀਆਂ ਡੱਬੀਆਂ 'ਤੇ। ਉਸ ਭੇਖ ਦੇ ਵਿੱਚ ਖੜ੍ਹਾ ਸਿੱਧਾ ਤੇ ਬੰਸਰੀ ਵਜਾ ਰਿਹਾ ਧਿਆਨ ਜੋੜ ਕੇ। ਇਹਨਾਂ ਗੋਪੀਆਂ ਨੇ ਲੰਘਦੇ ਹੋਏ ਦੇਖਿਆ ਵੀ ਦੇਖੀ ਇੱਕ ਪੈਰ 'ਤੇ ਖੜ੍ਹਾ ਇੱਕ ਇੱਟ 'ਤੇ ਰੋੜੇ 'ਤੇ। ਉਹਨੂੰ ਅਸੀਂ ਪੰਜਾਬ 'ਚ ਕਹਿੰਦੇ ਹਾਂ ਬੀਟਾ। ਕੁੜੀਆਂ ਡਲੀਆਂ ਨਾਲ ਭੜਕਾ ਕੇ ਖੇਡਦੀਆਂ, ਬੀਟੇ ਖੇਡਦੀਆਂ। ਟੋਟੇ ਨੂੰ, ਇੱਟ ਦੇ ਟੋਟੇ ਨੂੰ ਬੀਟਾ ਕਹਿੰਦੇ ਆ। ਤੇ ਕਹਿੰਦੇ ਵੇਖੋ ਬੀਟੇ 'ਤੇ ਖੜ੍ਹਾ ਹੈ। ਉੱਥੋਂ ਕ੍ਰਿਸ਼ਨ ਦਾ ਇੱਕ ਨਾਮ ਪੈ ਗਿਆ ਬੀਠਲ। ਆ ਬੀਠਲ ਨਾਮ ਉੱਥੋਂ ਪਿਆ। ਬੀਟੇ 'ਤੇ ਖੜ੍ਹਾ ਸੀਗਾ, ਭਾਵ ਟੋਟੇ 'ਤੇ ਖੜ੍ਹਾ ਸੀ, ਇੱਟ ਦੇ ਡਲੇ 'ਤੇ ਖੜ੍ਹਾ ਸੀ, ਔਰ ਇੱਟ ਦੇ ਡਲੇ 'ਤੇ ਖੜ੍ਹ ਕੇ ਧਿਆਨ ਜੋੜ ਕੇ ਬੰਸਰੀ ਵਜਾ ਰਹੇ ਸੀ। ਉੱਥੋਂ ਉਹਦਾ ਨਾਮ ਬੀਠਲ ਪੈ ਗਿਆ। ਮੁਰਾਰ ਤਾਂ ਪੈ ਗਿਆ, ਮੁਰ ਨਾਮ ਦੇ ਇੱਕ ਦੈਂਤ ਨੂੰ ਮਾਰਿਆ, ਉਹਦਾ ਖਾਤਮਾ ਕੀਤਾ। ਬੇਅੰਤ ਨਾਮ ਹੈ ਖੈਰ ਪਰਮੇਸ਼ਰ ਦੇ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਉਹ ਗੁਰਮੁਖਾਂ ਦਾ ਸੰਗੀ ਹੈ, ਦੈਂਤਾਂ ਦਾ ਖਾਤਮਾ ਕਰਨ ਵਾਲਾ ਹੈ। ਤੇ ਗੁਰਮੁਖ ਜਿਹੜੇ ਹਨ ਉਸ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਾਣਦੇ ਹਨ। ਹੋਰ ਵੀ ਗੁਣ ਹੈ ਮਾਰ, ਹਾਂ ਹੋਰ ਵੀ ਗੁਣ ਹੈ। ਦਇਆਲ ਦਾ ਮੋਦਰ, ਉਹ ਦਿਆਲੂ ਬੜਾ ਹੈ। ਉਹ ਪਰਮੇਸ਼ਰ ਬੜਾ ਦਿਆਲੂ ਹੈ। ਉਹ ਆਪਣੇ ਆਪ ਨੂੰ ਕੈਦ ਆਪੇ ਹੀ ਕਰਵਾ ਲੈਂਦਾ, ਵੈਸੇ ਉਹਨੂੰ ਕੋਈ ਫੜ ਨਹੀਂ ਸਕਦਾ। ਉਹ ਪ੍ਰੇਮ ਦੇ ਵਿੱਚ ਬੰਨ੍ਹਿਆ ਜਾਂਦਾ। ਦਮ ਕਹਿੰਦੇ ਆ ਰੱਸੀ ਨੂੰ। ਦਾਮੋਦਰ ਰੱਸੀ ਦੇ ਨਾਲ ਬੰਨ੍ਹ ਲਿਆ ਸੀ ਕ੍ਰਿਸ਼ਨ ਨੂੰ। ਕੋਈ ਸਤਨਾਮ ਸੀ ਉਹਦੀ ਮਾਂ ਨੇ। ਉਹ ਆਂਢੀਆਂ ਗੁਆਂਢੀਆਂ ਦੀ ਮੱਖਣੀ ਖਾ ਜਾਂਦਾ, ਡੋਲ ਦਿੰਦਾ ਖਰਾਬ ਬਚਪਨ ਵਿੱਚ। ਆਂਢ ਗੁਆਂਢ ਦੇ ਲੋਕ ਆ ਕੇ ਲਾਂਭੇ ਦਿੰਦੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿੱਚ ਕਲੋਲਾਂ ਕਰਦੇ ਸੀ ਪਟਨਾ ਸਾਹਿਬ ਦੇ ਵਿੱਚ। ਲਾਂਭੇ ਆਉਂਦੇ ਮਾਤਾ ਗੰਗਾ ਜੀ ਕੋਲ ਵੀ, ਮਾਤਾ ਗੁਜਰੀ ਜੀ ਕੋਲ, ਮਾਫ਼ ਕਰਨਾ। ਕਹਿਣ ਲੱਗੇ ਉਸ ਵੇਲੇ ਵੈਸੇ ਤਾਂ ਕ੍ਰਿਸ਼ਨ ਕਿਸੇ ਦੇ ਹੱਥ ਨਹੀਂ ਸੀ ਆਉਂਦਾ, ਪਰ ਇਹਦੀ ਮਾਂ ਨੇ ਫੜ ਲਿਆ ਤੇ ਰੱਸੀ ਨਾਲ ਬੰਨ੍ਹ ਲਿਆ ਕਿ ਨਹੀਂ ਖੜ ਜਾ, ਖੋਲ ਮੂੰਹ, ਕੀ ਖਾਧਾ ਹੈ। ਜਦੋਂ ਉਹਨੇ ਮੂੰਹ ਖੋਲ੍ਹਿਆ ਤੇ ਉਹਦੇ ਮੂੰਹ ਦੇ ਵਿੱਚ ਪੂਰੀ ਧਰਤੀ ਘੁੰਮੀ ਜਾਵੇ। ਮਾਂ ਹੈਰਾਨ ਹੋ ਗਈ ਵੀ ਇਹ ਮੇਰਾ ਬੱਚਾ ਹੈ ਕਿ ਕੋਈ ਹੋਰ ਹੀ ਆ। ਕੋਈ ਸਤਨਾਮ ਸੀ। ਉਹਨੂੰ ਕੋਈ ਬੰਨ੍ਹ ਨਹੀਂ ਸਕਦਾ, ਪਰ ਹਾਂ ਬੰਨ੍ਹਿਆ ਜਾ ਸਕਦਾ ਇੱਕ ਚੀਜ਼ ਨਾਲ। ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੱਚ ਤਨੀ। ਪ੍ਰੇਮ ਦੀ ਖਿੱਚ ਨਾਲ ਬੰਨ੍ਹਿਆ ਜਾ ਸਕਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦਇਆਲ ਦਾ ਮੋਦਰ ਗੁਰਮੁਖ ਪਾਈਐ, ਉਸ ਨੂੰ ਪ੍ਰੇਮ ਦੇ ਨਾਲ ਪਾਇਆ ਜਾ ਸਕਦਾ, ਪ੍ਰੇਮ ਦੀਆਂ ਰੱਸੀਆਂ ਨਾਲ ਬੰਨ੍ਹਿਆ ਜਾ ਸਕਦਾ। ਇੱਕ ਦਿਨ ਕਹਿੰਦੇ ਕ੍ਰਿਸ਼ਨ ਜੀ ਖੜ੍ਹੇ ਆ ਕਿਸੇ ਮਿੱਤਰ ਕੋਲ। ਥਰਡ ਪਰਸਨ ਜਿਹੜਾ ਕੋਈ ਪਿਆਰ ਤਾਂ ਨਹੀਂ ਸੀ ਕਰਦਾ, ਵੈਸੇ ਉਹ ਵੀ ਕੋਲ ਖੜ੍ਹਾ। ਤਿੰਨ ਜਣੇ ਖੜ੍ਹੇ, ਗੱਲਾਂ ਬਾਤਾਂ ਚੱਲਦੀਆਂ ਤੇ ਖੜ੍ਹੇ ਖੜ੍ਹੇ ਕ੍ਰਿਸ਼ਨ ਜੀ ਕਹਿੰਦੇ ਚੰਗਾ ਵੀ ਚੱਲਦੇ ਆ। ਉਹ ਕਹਿੰਦਾ ਜਾਓ ਜੀ। ਉਹ ਤੀਜਾ ਬੰਦਾ ਕਹਿੰਦਾ ਭਲਿਆ ਮਾਨਸਾ, ਮਹਾਂਪੁਰਸ਼ਾਂ ਨੂੰ ਐਂ ਬੋਲੀ ਦਾ। ਚਲੋ ਉਹਨਾਂ ਨੇ ਕਹਿਤਾ ਚੱਲਦੇ ਆ, ਤੂੰ ਤਾਂ ਕਹਿਣਾ ਵੀ ਨਹੀਂ ਜੀ ਨਹੀਂ ਬੈਠੋ, ਹਜੇ ਤਾਂ ਮੈਂ ਰੱਜਿਆ ਨਹੀਂ ਗਾ। ਕੋਈ ਸਤਨਾਮ, ਬੈਠੋ ਹੋਰ ਗੱਲਾਂ ਬਾਤਾਂ ਸੁਣਾਓ ਕੋਈ। ਅੱਗੋਂ ਉਹ ਪਤਾ ਕੀ ਕਹਿੰਦਾ ਪਿਆਰ ਵਾਲਾ, ਕਹਿੰਦਾ ਯਾਰ ਇਹ ਗੱਲਾਂ ਹੀ ਕਰਦਾ, ਜਾ ਨਹੀਂ ਸਕਦਾ ਮੇਰੇ ਕੋਲੋਂ। ਕੋਈ ਸਤਨਾਮ ਸੀ, ਮੇਰੇ ਹਿਰਦੇ 'ਚੋਂ ਨਿਕਲ ਕੇ ਵਿਖਾਵੇ। ਭਾਵ ਪਰਮੇਸ਼ਰ ਦੇ ਪਿਆਰੇ ਸੰਗਤ ਦੇ, ਜਨਤਾ ਦੇ, ਸ੍ਰਿਸ਼ਟੀ ਦੇ ਹਿਰਦੇ ਵਿੱਚ ਰਾਜ ਕਰਦੇ ਆ। ਜਿਹਨੂੰ ਕਹਿੰਦੇ ਕਿ ਰਾਜ ਕਰੇਗਾ ਖਾਲਸਾ। ਕਿ ਖਾਲਸੇ ਦਾ ਆਲ ਵਰਲਡ ਦੇ ਜੀਵਾਂ ਦੇ, ਲੋਕਾਂ ਦੇ ਹਿਰਦੇ 'ਤੇ ਨਹੀਂ ਹੈਗਾ। ਅੱਜ ਖਾਲਸਾ ਏਡ ਜਗ੍ਹਾ ਜਗ੍ਹਾ 'ਤੇ ਜਾ ਕੇ ਲੋੜਵੰਦਾਂ ਨੂੰ ਸੰਭਾਲਦੀ ਹੈ। ਗੁਰੂ ਨਾਨਕ ਦਾ ਚਲਾਇਆ ਜਿਹੜਾ ਲੰਗਰ ਹੈ ਉਹ ਥਾਂ ਥਾਂ 'ਤੇ ਚੱਲਦਾ ਹੈ। ਕਿ ਜਨਤਾ ਦੇ ਹਿਰਦਿਆਂ ਦੇ ਖਾਲਸੇ ਦਾ ਰਾਜ ਨਹੀਂ ਹੈਗਾ।
ਕਿ ਖਾਲਸੇ ਦਾ ਨਿਸ਼ਾਨ ਸਾਹਿਬ ਸਾਰੇ ਦੇਸ਼ਾਂ ਵਿੱਚ ਨਹੀਂ ਝੁੱਲ ਰਿਹਾ? ਭਾਰਤ ਦਾ ਨਿਸ਼ਾਨ ਸਾਹਿਬ ਪਾਕਿਸਤਾਨ 'ਚ ਨਹੀਂ ਲੱਗਦਾ, ਪਾਕਿਸਤਾਨ ਦਾ ਭਾਰਤ 'ਚ ਨਹੀਂ ਲੱਗਦਾ, ਪਰ ਸਾਡਾ ਤਾਂ ਪਾਕਿਸਤਾਨ 'ਚ ਵੀ ਲੱਗਿਆ, ਭਾਰਤ 'ਚ ਵੀ ਲੱਗਿਆ। ਕਹੋ ਸਤਨਾਮ ਸੀ। ਚੀਨ 'ਚ ਵੀ ਲੱਗਿਆ, ਨੇਪਾਲ 'ਚ ਵੀ ਲੱਗਿਆ, ਬਾਹਰਲੇ ਦੇਸ਼ਾਂ 'ਚ ਵੀ ਲੱਗਿਆ। ਇਹਦਾ ਮਤਲਬ ਖਾਲਸਾ ਰਾਜ ਤਾਂ ਹਰ ਥਾਂ 'ਤੇ ਚੱਲ ਰਿਹਾ ਹੈ। ਕਹੋ ਸਤਨਾਮ ਸੀ। ਥੋੜ੍ਹੀ ਹਜੇ ਤਰੱਕੀ ਹੋਣ ਵਾਲੀ ਹੈ। ਇਸ ਕਰਕੇ ਖੈਰ ਉਹ ਪਰਮੇਸ਼ਰ ਦਾ ਜਿਹੜਾ ਪਿਆਰ ਹੈ ਉਹ ਹਰ ਥਾਂ 'ਤੇ ਵਰਤਦਾ ਹੈ। ਉਸ ਨੂੰ ਪ੍ਰੇਮ ਦੇ ਨਾਲ ਪਾਇਆ ਜਾ ਸਕਦਾ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੀਤਮ ਜੀ ਕਹਿੰਦੇ ਦਿਆਲ ਦਮੋਦਰ ਗੁਰਮੁਖ ਪਾਈਐ। ਉਸ ਦਿਆਲੋ ਕਿਰਪਾਲੂ ਨੂੰ ਦਾਮੋਦਰ, ਦਾਮ ਦਾ ਦੂਸਰਾ ਅਰਥ ਹੈ ਪੈਸਾ, ਖਜ਼ਾਨਿਆਂ ਦਾ ਮਾਲਕ। ਉਧਰ ਹੁੰਦਾ ਪੇਟ, ਪੇਟ ਮਤਲਬ ਖਜ਼ਾਨਾ। ਜੋ ਸਾਰੇ ਖਜ਼ਾਨਿਆਂ ਦਾ ਮਾਲਕ ਪਰਮੇਸ਼ਰ ਹੈ, ਉਸ ਨੂੰ ਪ੍ਰੇਮ ਨਾਲ ਪਾਇਆ ਜਾ ਸਕਦਾ ਗੁਰੂ ਦੀ ਕਿਰਪਾ ਰਾਹੀਂ। ਪ੍ਰੀਤਮ ਜੀ ਕਹਿੰਦੇ ਦਿਆਲ ਦਮੋਦਰ ਗੁਰਮੁਖ ਪਾਈਐ। ਹੋਰ ਤਾਂ ਕਿਤੇ ਹੋਰ ਕਿਸੇ ਢੰਗ ਨਾਲ, ਹੋਰ ਤਾਂ ਕਿਤੇ ਨਾ ਭਾਂਤੀ ਜੀਓ, ਹੋਰ ਕਿਸੇ ਢੰਗ ਨਾਲ ਨਹੀਂ ਪਾਇਆ ਜਾਣਾ। ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੋਰ ਕੋਈ ਢੰਗ ਨਹੀਂ ਉਹਨੂੰ ਪਾਉਣ ਦਾ, ਇੱਕ ਪ੍ਰੇਮ ਹੈ। ਤੇ ਪ੍ਰੇਮ ਦੀ ਭਾਸ਼ਾ ਹੀ ਉਹ ਸਮਝਦਾ ਹੈ, ਪ੍ਰੇਮ ਦੀ ਭਾਸ਼ਾ ਹੀ ਸਮਝਦਾ ਹੈ। ਜੇ ਤੁਹਾਡੀ ਪ੍ਰੇਮ ਦੀ ਭਾਸ਼ਾ ਨੂੰ ਪਸ਼ੂ ਪੰਛੀ ਵੀ ਸਮਝਦੇ ਆ। ਇਸੇ ਕਰਕੇ ਖਾਸ ਭਾਸ਼ਾ ਪਰਮੇਸ਼ਰ ਦੀ ਪ੍ਰੇਮ। ਕਹੋ ਸਤਨਾਮ ਸੀ। ਪ੍ਰੇਮ ਦੇ ਨਾਲ ਹੀ ਉਹ ਪਾਇਆ ਜਾ ਸਕਦਾ ਹੈ। ਮਹਾਰਾਜ ਹੋਰ ਕੀ ਗੁਣਾ ਉਹਦੇ 'ਚ? ਨਿਰਾਹਾਰੀ, ਉਹ ਖਾਂਦਾ ਕੁਛ ਨਹੀਂ ਗਾ। ਨਿਰਾਹਾਰੀ, ਉਹ ਭੋਜਨ ਆਦਿਕ ਆਹਾਰਾਂ ਦੀ ਇੱਛਾ ਤੋਂ ਰਹਿਤ ਹੈ। ਉਹ ਰੋਟੀਆਂ ਨਹੀਂ ਖਾਂਦਾ। ਉਹ ਬ੍ਰਹਮ ਗਿਆਨੀ ਕਾ ਭੋਜਨ ਕੀ ਲਿਖਿਆ ਹੈ? ਗਿਆਨ। ਪਰਮੇਸ਼ਰ ਦਾ ਵੀ ਜਿਹੜਾ ਭੋਜਨ ਆ ਉਹ ਸਿਫਤ ਹੈ ਉਹਦੀ। ਕਹੋ ਸਤਨਾਮ। ਉਹ ਸਿਫਤ ਸੁਣ ਕੇ ਰੱਜਦਾ ਹੈ। ਨਾਨਕ ਸਿਫਤੀ ਰੱਜਿਆ। ਕਿਤੇ ਪਾਤਸ਼ਾਹ ਗਏ ਸੀਗੇ, ਕਿਸੇ ਨੇ ਭੋਜਨ ਪੇਸ਼ ਕੀਤਾ, ਮਹਾਰਾਜ ਭੋਜਨ ਛਕੋ। ਕਹਿੰਦੇ ਨਾਨਕ ਸਿਫਤੀ ਰੱਜਿਆ, ਇਹ ਭੋਜਨ ਨਹੀਂ ਖਾਣਾ, ਸਿਫਤ ਕਰਕੇ ਰੱਜੇ ਹੋਏ ਆਪਾਂ ਤਾਂ। ਕਹੋ ਸਤਨਾਮ ਸ੍ਰੀ। ਤੇ ਇਸ ਕਰਕੇ ਉਹ ਪਰਮੇਸ਼ਰ ਜਿਹੜਾ ਸਿਫਤ ਦਾ ਭੁੱਖ ਹੈ। ਗੋਬਿੰਦ, ਫਿਰ ਇੱਕ ਹੋਰ ਪੰਕਤੀ ਨਿਕਲੇ, ਦੇਖੋ ਗੋਬਿੰਦ ਭਾਓ ਭਗਤ ਕਾ ਭੂਖਾ, ਹੋਰੀ ਕਹਿ ਕਰ ਛੱਡ ਕੇ ਬਿਦਰ ਕਹਿ ਕਰ ਜਾਏ ਕੇ ਸੁੱਖਾ। ਦੁਰਯੋਧਨ ਦੇ ਘਰੇ 36 ਪ੍ਰਕਾਰ ਦੇ ਭੋਜਨ, ਦੁਰਯੋਧਨ ਦੇ ਘਰੇ ਸੇਵਾਦਾਰ, ਦੁਰਯੋਧਨ ਦੇ ਘਰੇ ਪੱਖੇ ਚੱਲਦੇ ਸੀ। ਉਹ ਫੱਟੇ ਤੇ ਕੱਪੜਾ ਬੰਨਿਆ ਹੁੰਦਾ ਪਹਿਲਾਂ ਪੱਖਿਆਂ ਤੇ, ਰੱਸੇ ਨਾਲ ਖਿੱਚਦੇ ਸੀ ਨੌਕਰ। ਤੇ ਪਰ ਜਦੋਂ ਪਾਂਡਵਾਂ ਕੌਰਵਾਂ ਦੀ ਸੰਧੀ ਕਰਾਉਣ ਵਾਸਤੇ ਕ੍ਰਿਸ਼ਨ ਜੀ ਜਾਂਦੇ ਨਾ, ਵੀ ਯਾਰ ਤੁਸੀਂ ਲੜਾਈ ਨਾ ਕਰੋ, ਇਹਨਾਂ ਦਾ ਹਿੱਸਾ ਨੂੰ ਦੇ ਦਿਓ। ਦੁਰਯੋਧਨ ਨੂੰ ਬੜਾ ਸਮਾਂ ਮਨਾਉਂਦੇ ਰਹੇ, ਨਹੀਂ ਮੰਨੇ ਕੌਰਵ। ਪਰ ਜਦੋਂ ਦੁਪਹਿਰਾ ਹੁੰਦਾ ਨਾ, ਤੇ ਦੁਪਹਿਰਾ ਕੱਟਣ ਵਾਸਤੇ ਕ੍ਰਿਸ਼ਨ ਜੀ, ਉਹਨਾਂ ਦੇ ਇੱਕ ਮੰਤਰੀ ਸੀ ਬਿਦਰ, ਜੋ ਕਿਸੇ ਨੌਕਰਾਣੀ ਦਾ ਪੁੱਤਰ ਸੀ। ਕਹੋ ਸਤਨਾਮ ਸੀ। ਉਹ ਬਿਦਰ ਦੇ ਘਰੇ ਆ ਕੇ ਦੁਪਹਿਰਾ ਕੱਟਦੇ ਜਾਂ ਰਾਤ ਕੱਟਦੇ। ਦੁਰਯੋਧਨ ਨੂੰ ਪਤਾ ਲੱਗ ਗਿਆ ਵੀ ਕ੍ਰਿਸ਼ਨ ਇੱਥੇ ਦਰਬਾਰ 'ਚ ਗੱਲਾਂ ਬਾਤਾਂ ਕਰਕੇ ਦੁਪਹਿਰਾ ਮੇਰੇ ਉਹ ਗਰੀਬ ਜੇ ਨੌਕਰ ਦੇ ਘਰੇ ਜਾ ਕੇ, ਸੀਤਾ ਬਣਾਇਆ ਤਾਂ ਮੰਤਰੀ ਸੀ ਉਹਨਾਂ ਨੇ, ਬਿਦਰ ਦੇ ਘਰੇ ਜਾ ਕੇ ਦੁਪਹਿਰਾ ਕੱਟਦਾ। ਤੇ ਕ੍ਰਿਸ਼ਨ ਨੂੰ ਪੁੱਛ ਲਿਆ ਇੱਕ ਦਿਨ ਦੁਰਯੋਧਨ ਨੇ, ਕੀ ਗੱਲ ਤੁਸੀਂ ਸਾਡੇ ਘਰੇ ਕਿਉਂ ਨਹੀਂ ਰਾਤ ਕੱਟਦੇ, ਦੁਪਹਿਰਾ ਕੱਟਦੇ? ਤੁਸੀਂ ਇੱਥੇ ਗੱਲਾਂ ਬਾਤਾਂ ਕਰਕੇ, ਵਿਚਾਰਾਂ ਕਰਕੇ ਦਰਬਾਰ 'ਚ ਮੇਰੇ ਤੇ ਚਲੇ ਜਾਂਦੇ ਹੋ ਜਾ ਕੇ। ਉਹ ਕੰਗਾਲ ਜਾਂ ਬਿਦਰ ਹੈ, ਉਹਦੇ ਘਰੇ ਨਾ ਕੋਈ ਚੱਜ ਦੀ ਮੰਜੀ, ਨਾ ਕੋਈ ਚੱਜ ਦਾ ਆਰਾਮ ਦਾ ਇੰਤਜ਼ਾਮ। ਸਾਡੇ ਘਰੇ ਪੱਖੇ ਲੱਗੇ ਆ, 36 ਪ੍ਰਕਾਰ ਦੇ ਭੋਜਨ ਹੈ, ਖਾਣ ਨੂੰ ਤਰ੍ਹਾਂ ਤਰ੍ਹਾਂ ਦੇ ਖਾਣੇ ਹੈ। ਉੱਥੇ ਕ੍ਰਿਸ਼ਨ ਜੀ ਨੇ ਫਿਰ ਮੂੰਹ 'ਤੇ ਮਾਰੀ ਉਹਦੇ। ਕਬੀਰ ਸਾਹਿਬ ਨੇ ਲਿਖਿਆ, ਰਾਜਨ ਕੌਣ ਤੁਮਹਾਰੇ ਆਵੈ, ਤੇਰੇ ਕੋਲੇ ਕੌਣ ਆਉਂਦਾ? ਮੈਂ ਤਾਂ ਕਹਿਣਾ ਵੀ ਕਤਲੇਆਮ ਬਹੁਤ ਹੋ ਜਾਣਾ। ਕੁਰੂਕਸ਼ੇਤਰ ਦੇ ਜੰਗ ਤੋਂ ਪਹਿਲਾਂ ਦੀਆਂ ਗੱਲਾਂ ਇਹ, ਵੀ ਨਾ ਲੜਾਈ ਹੋਵੇ ਤੂੰ ਇਹਨਾਂ ਦਾ ਹਿੱਸਾ ਦੇ ਦੇ, ਪਰ ਇਹਨਾਂ ਨੂੰ ਤੂੰ 5 ਪਿੰਡ ਹੀ ਦੇ ਦੇ, ਇਹਨਾਂ ਨੂੰ ਟਾਈਮ ਟਪਾ ਲੈਣਗੇ। ਕਹਿੰਦਾ ਮੈਂ ਤਾਂ ਸੂਈ ਦੇ ਨਿੱਕੇ ਜਿੰਨਾ ਥਾਂ ਵੀ ਨਹੀਂ ਦਿੰਦਾ। ਕਹੋ ਸਤਨਾਮ ਸੀ। ਉਹ ਕਹਿੰਦੇ ਮੈਂ ਤੇਰੇ ਕੋਲੇ ਨਹੀਂ ਆਉਂਦਾ ਗਾ, ਮੈਨੂੰ ਪਾਂਡਵਾਂ ਕਰਕੇ ਆਉਣਾ ਪੈਂਦਾ। ਰਾਜਨ ਕੌਣ ਤੁਮਹਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੈ, ਉਹ ਮੈਨੂੰ ਬੜਾ ਚੰਗਾ ਲੱਗਦਾ।
तू तो हस्ती देख भरम ते भूला, तू तो मैं राजा दुर्योधन, तैनू भरम पिया होया कि मैं वड्डा तू वड्डा बुढ़ा नहीं हैगा। हस्ती देख भरम ते भूला, श्री भगवान ना जानिया, तैनू नहीं पता रब कित्थे वसदा है। तैनू की पता रब की है, कित्थे रहिंदा, किहो जिहा रब है। श्री भगवान ना जानिया, तुमरो दूध बिदर को पाणो, तेरे दुध नाल ओहदा पानी स्वाद है, ओहदा पानी भी अमृत रूप है। तुमरो दूध बिदर को पाणो, अमृत कर मैं मानिया, तेरी खीर बदामां वाली भी ਉਹਦੇ ਸਰੋਂ ਦੇ ਸਾਗ ਨਾਲੋਂ, ਰੁੱਖੀ ਮਿੱਸੀ ਦਾਲ ਭਾਜੀ ਨਾਲੋਂ ਚੰਗੀ ਆ। ਕਹੋ ਸਤਨਾਮ ਸ੍ਰੀ। ਤੁਮਰੋ दूध बिदर को पानो, अमृत कर मैं मानिया, खीर समान साग मैं पाया, गुण गावत रैन बिहानी। क्यों? दुर्योधन ਦੇ ਦਰਬਾਰ ਵਿੱਚ ਤਾਂ ਗੱਲਾਂ ਹੁੰਦੀਆਂ, ਪਾਂਡਵਾਂ ਨੂੰ ਕਿਵੇਂ ਮਾਰਾਂ, ਪਾਂਡਵਾਂ ਨੂੰ ਕਿਵੇਂ ਖਤਮ ਕਰਾਂ। ਬਿਦਰ ਦੇ ਘਰੇ ਹੁੰਦੀ ਆ ਸਤਸੰਗ, ਤੇ ਰੱਬ ਸਤਸੰਗ ਦਾ ਭੁੱਖਾ ਹੀ ਆ। ਕਹੋ ਸਤਨਾਮ ਸੀ। ਵੀ ਸੰਗਤ ਹਰ ਪ੍ਰਭ ਵਸੈ ਜੀਓ, ਤੁਮਰੋ दूध बिदर को पानो, अमृत कर मैं मानिया, खीर समान साग मैं पाया। ਤੇ ਉੱਥੇ ਬਿਦਰ ਦੇ ਘਰੇ ਗੁਣ ਗਾਵਤ ਰਹਿਣ ਬਿਹਾਨੀ, ਉੱਥੇ ਸਾਡਾ ਦੁਪਹਿਰਾ ਸਾਡੀ ਰਾਤ ਪਰਮੇਸ਼ਰ ਦੀ ਸਿਫਤ ਕਰਦਿਆਂ ਲੰਘਦੀ ਆ। ਕਹੋ ਸਤਨਾਮ ਸੀ। ਤੂੰ ਪੁੱਛੇਗਾ ਪਾਂਡਵਾਂ ਨੂੰ ਕਿਵੇਂ ਮਾਰਾਂ, पर मैं इस काम वास्ते नहीं आउंदा। हाँ, फिर बाद विच हथियार चुकाने पे कृष्ण नूं, जदों दुष्ट नहीं मने तो खैर फिर की होया। कबीर साहब जी कहने, खीर समान साग में पाया, गुण गावत रैन बिहानी, कबीर को ठाकुर। कबीर साहब जी भी प्यार करते हैं कृष्ण जी नूं, नामदेव भी करते हैं। ये पुराने भगत इन्हां अवतारां नूं मनदे सी। कहो सतनाम श्री। कबीर को ठाकुर अंड बनौदी, जात ना काहू की मानी। बाबे नानक ने जात पात नूं तोड़दियां होया सब तो नीवी जात दा मरासी मरदाना मित्र बनाया पहला। कहो सतनाम श्री। ये दसन वास्ते कि रब जाता पाता च वंडिया होया नहीं है। जात ना काहू के मानी, कबीर को ठाकुर अंड बनौदी, जात ना काहू की मानी। खैर मनोवृत्तियां उत्थे रखिए। कैसा है ओह? निराहारी। ਉਹ ਭੋਜਨ ਦਾ ਭੁੱਖਾ ਨਹੀਂ, 36 ਪ੍ਰਕਾਰ ਦੇ ਭੋਜਨਾਂ ਦਾ ਭੁੱਖਾ ਨਹੀਂ। ਨਿਰਾਹਾਰੀ ਉਹ ਸਿਫਤ ਦਾ ਭੁੱਖਾ ਹੈ। ਨਿਰਾਹਾਰੀ ਕੇਸ਼ਵ ਨਿਰਵੈਰਾ, ਉਹ ਕੇਸ਼ਾਧਾਰੀ ਹੈ। ਜਿਹੜਾ ਸਾਨੂੰ ਸਰੂਪ ਦਿੱਤਾ ਨਾ ਗੁਰੂ ਗੋਬਿੰਦ ਸਿੰਘ ਜੀ ਨੇ, ਇਹ ਪਰਮੇਸ਼ਰ ਦਾ ਸਰੂਪ ਹੈ। जिस वेले 10वें पातशाह जी ने 11 महीने आनंदपुर के परले पासे पहाड़ी के उत्ते बैठ के लंबा समा समाधि लाई, लंबा समा 11 महीने दसदे आ। उन्हां समयां दे विच परमेश्वर नूं यही पुछिया कि जिस पंथ नूं साजण लई मैनूं भेजिया उहदा रूप किहो जिहा बनावां। आ तां बिगाड़ छड्डे है। किसी ने कन्नां च मुंदरां पा दियां, किसी ने घोण मोण करते, किसी ने आ विचालियों दाढ़ी अद्धी कट ली अद्धी क रखती। ਇੱਥੇ ਤਾਂ ਬਾਹਲੇ ਰੂਪ ਬਣਾਏ ਪਏ ਆ ਬੰਦੇ ਦੇ, ਮੈਂ ਕਿਹੋ ਜਿਹਾ ਬਣਾਵਾਂ। ਤੇ ਆਕਾਸ਼ਬਾਣੀ ਹੋਈ ਕਿ ਜਿਹੋ ਜਿਹਾ ਮੈਂ ਭੇਜਿਆ ਇਹਨੂੰ ਇਹੋ ਜਿਹਾ ਪੂਰਾ ਕਰ। ਇਹ ਕੱਟ ਵੱਢ ਲੋਕਾਂ ਨੇ ਕੀਤੀ, ਮੂਰਖਾਂ ਨੇ। ਕਹੋ ਸਤਨਾਮ श्री। साध समूह अनेक मति के, सारी देश को देख रहे हो, मत को न देखियत प्राणपति के। कहो सतनाम श्री। सवैये ता प्रसाद सवैये, श्रावक शुद्ध समूह सिधान के, देख फिरो कर जोग जति के, सूर सुरार्दन शुद्ध सुधारक संत समूह अनेक मति के। सारे देश को देख रहे हो, मत को न दीखित एक एक रत्ती बिन एक रत्ती के। सारे देश को देख रहे हो, मत को न देखित प्राणपति के। प्राणा दे स्वामी नाल कोई नहीं जुड़िया होया। कहो सतनाम श्री। आकाशबाणी हुई ਜਿਹੋ ਜਿਹਾ ਭੇਜਿਆ ਨੂੰ ਉਹੋ ਜਿਹਾ ਪੂਰਾ ਕਰ। ਤਾਂ ਬੜੀ ਲੰਮੇ ਸਮੇਂ ਦੀ ਵਿਚਾਰ ਤੋਂ ਬਾਅਦ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਤੇ ਇਹ ਰਚਨਾ ਰਚੀ ਆ। 1699 ਦੀ ਵਿਸਾਖੀ ਤੇ ਪਾਤਸ਼ਾਹ ਜੀ ਨੇ ਫਿਰ ਦੱਸਿਆ ਕਿ ਪੰਥ ਕਿਹੋ ਜਿਹਾ ਹੋਵੇਗਾ। ਅੱਜ ਤੋਂ ਬਾਅਦ ਕੋਈ ਕੇਸਦਾੜੀ ਨਹੀਂ ਕੱਟੇਗਾ, ਜਿਹੜਾ ਮੇਰਾ ਸਿੰਘ ਹੋਵੇਗਾ। ਕਹੋ ਸਤਨਾਮ श्री। ਸਾਵਤ ਸੂਰਤ ਦਸਤਾਰ ਸਿਰਾ, ਇਹ ਸਰੂਪ ਪਹਿਲਾਂ ਬਾਬੇ ਨਾਨਕ ਨੇ ਬਾਣੀ 'ਚ ਵੀ ਲਿਖ ਦਿੱਤਾ, ਉਚਾਰਤਾ।
ਜਿਹੜਾ ਆਹ ਸਾਵਟ ਸੂਟ ਸਰੂਪ ਮਿਲਿਆ ਨਾ ਬੀਬੀਆਂ ਨੂੰ, ਮਨੁੱਖਾਂ ਨੂੰ, ਇਹ ਪਰਮੇਸ਼ਰ ਦਾ ਰੂਪ ਹੈ। ਕੇਸ਼ਵ ਕੇਸ਼ਾਧਾਰੀ ਹੈ ਉਹ। ਲੰਮਾ ਨੱਕ, ਕਾਲੇ ਤੇਰੇ ਨੈਣ, ਇੱਕ ਥਾਂ ਤੇ ਬੜਾ ਸਰੂਪ ਖਿੱਚਿਆ ਪਰਮੇਸ਼ਰ ਦਾ ਬਾਣੀ ਦੇ ਵਿੱਚ। ਤੇਰਾ ਨੱਕ ਲੰਮਾ ਹੈ, ਤੇਰੀਆਂ ਕਾਲੀਆਂ ਅੱਖਾਂ ਹੈ, ਔਰ ਲੰਬੇ ਤੇਰੇ ਕੇਸ ਹੈ, ਬੜਾ ਸੋਹਣਾ ਲੱਗਦਾ ਤੂੰ। ਨਿਰਾਹਾਰੀ ਕੇਸ਼ਵ ਨਿਰਵੈਰਾ, ਕੋਟ ਜਣਾ ਜਾ ਕੇ ਪੂਜੇ ਪੈਰਾ। ਅੱਛਾ ਮਹਾਰਾਜ, ਉਹਦੇ ਨਾਲ ਕਿੰਨੇ ਕੁ ਜੁੜੇ ਹੋਏ ਆ? ਉਹ ਕਰੋੜਾਂ ਹੀ ਉਹਨੂੰ ਪੂਜੀ ਜਾਂਦੇ ਹੈ। ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਉਹ ਸਭ ਨੂੰ ਦੇ ਵੀ ਜਾਂਦਾ। ਦਿੰਦਾ ਦੇ, ਲੈਂਦੇ ਥੱਕ ਪਾਹੇ। ਕਰੋੜਾਂ ਹੀ ਉਹਨੂੰ ਪੂਜਣ ਵਾਲੇ ਆ। ਗੁਰਮੁਖ ਹਿਰਦੈ ਜਾ ਕੇ ਹਰ ਹਰ। ਫਿਰ ਮਾਰੇ ਉਹਨੂੰ ਪਿਆਰਾ ਕੌਣ ਲੱਗਦਾ ਕਰੋੜਾਂ ਚੋਂ? ਮੈਂ ਕੋਈ ਤਾਂ ਵਾਲਾ ਨੇੜੇ ਹੋਊਗਾ। ਹਾਂ ਐਸਾ ਵੀ ਹੈ। ਕੈਸਾ? ਗੁਰਮੁਖ ਹਿਰਦੈ ਜਾ ਕੇ ਹਰ ਹਰ, ਜਿਹੜੇ ਹਮੇਸ਼ਾ ਜਪਦੇ ਆ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈ ਉਸ ਦੇ ਨੇੜੇ ਕੁਝ? ਕੌਣ ਹੈ? ਗੁਰਮੁਖ ਹਿਰਦੈ ਜਾ ਕੇ ਹਰ ਹਰ, ਸੋਈ ਭਗਤ ਇਕਾਕੀ ਜੀਓ। ਜਿਹੜੇ ਉਹਦੇ ਭਗਤ ਆ ਉਹਨੂੰ ਬਾਹਲੇ ਪਿਆਰੇ ਆ। ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਉਹਨਾਂ ਦਾ ਦੁੱਖ ਨਹੀਂ ਚੱਲਦਾ। ਜਿਵੇਂ ਮਾਂ ਗਲੀ 'ਚੋਂ ਛੋਟੇ ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਸਭ ਕੁਝ ਛੱਡ ਕੇ ਭੱਜ ਕੇ ਬਾਹਰ ਜਾਂਦੀ ਹੈ। ਕੀ ਹੋ ਗਿਆ ਤੈਨੂੰ, ਕਿਹਨੇ ਮਾਰਿਆ? ਦੱਸ, ਮੈਂ ਪੱਟਦੀਆਂ ਕੰਨ ਹੋ ਰੇ ਕਹੋ ਸਤਨਾਮ। ਇੱਦਾਂ ਹੀ ਹੈ ਪਰਮੇਸ਼ਰ ਵੀ। ਨਾਮਦੇਵ ਨੂੰ ਸੰਗਲਾਂ ਨਾਲ ਬੰਨ੍ਹਤਾ ਰਾਜੇ ਨੇ। ਕਹਿੰਦਾ ਹੁਣ ਮੈਂ ਦੇਖਦਾ ਤੇਰਾ ਰੱਬ ਕਿਹੋ ਜਿਹਾ, ਤੈਨੂੰ ਬਚਾਊਗਾ। ਜਾਂ ਤਾਂ ਮੁਸਲਮਾਨ ਬਣ ਜਾ ਜਾਂ ਮੇਰੀ ਗਾਂ ਜਿਉਂਦੀ ਕਰ ਦੇ। ਕਹਿੰਦਾ ਨਾ ਗਾਂ ਜਿਉਂਦੀ ਕਰ ਸਕਦਾ ਮੈਂ, ਇਹ ਉਹਦਾ ਕੰਮ ਹੈ, ਉਹਨੇ ਮਾਰੀ ਆ, ਉਹ ਕਰੇ ਜਾਂ ਨਾ ਕਰੇ। ਮੈਂ ਆਪਣੇ ਧਰਮ ਰਹੂੰਗਾ, ਨਾ ਮੈਂ ਮੁਸਲਮਾਨ ਬਣਾ। ਕਹਿੰਦਾ ਤੀਜੀ ਗੱਲ ਤੈਨੂੰ 10 ਘੜੀਆਂ ਦਿੱਤੀਆਂ, ਜੇ ਤੂੰ ਨਾ ਮੇਰਾ ਇੱਕ ਗੱਲ ਮੰਨੀ ਤਾਂ ਮੈਂ ਤੇਰੀ ਧੌਣ ਵੱਢ ਦੂੰਗਾ। ਉਹ ਕਹਿੰਦਾ ਠੀਕ ਆ। 7 ਘੜੀਆਂ ਬੀਤ ਗਈਆਂ। ਨਾਮਦੇਵ ਸੋਚਦਾ ਵੀ ਇੰਨਾ ਟਾਈਮ ਤਾਂ ਤੂੰ ਲਾਉਂਦਾ ਨਹੀਂ ਹੁੰਦਾ, ਅੱਜ ਕਿੱਥੇ ਰੁੱਝ ਗਿਆ? ਕਹੋ ਸਤਨਾਮ। 7 ਘੜੀ ਜਾ ਬੀਤੀ ਸੁਣੀ, ਅਜੋ ਨਾ ਆਇਓ ਤੇਰੇ ਭਵਨ ਧਣੀ। ਉੱਪਰ ਨਿਗਾਹ ਮਾਰੀ, ਹਜੇ ਆਇਆ ਨਹੀਂ ਤੂੰ। ਪਖੰਤਨ ਬਾਜ ਬਜਾਏ ਲਾ, ਜਿਵੇਂ ਹਵਾਈ ਜਹਾਜ਼ ਉਤਰਦਾ ਖੜਕਾ ਹੋਇਆ। ਪਖੰਤਨ ਬਾਜ ਬੁਝਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਆਪਣੇ ਭਗਤ ਪਰ ਕੀ ਪ੍ਰਤਪਾਲ ਆ ਉਤਰੇ। ਕੀ ਹੋ ਗਿਆ ਭਗਤਾ? ਨਮਸਕਾਰ ਜੀ। ਕਿਹਨੇ ਤੰਗ ਕੀਤਾ? ਕਹੇ ਤਾਂ ਧਰਨੇ ਕੋਡੀ ਕਰੋ, ਕਰਦਿਆਂ ਟੇਢੀ ਧਰਤੀ। ਉਹ ਨਹੀਂ ਮਹਾਰਾਜ, ਇਹਨਾਂ ਨੇ ਕੀ ਵਿਗਾੜਿਆ ਆਪਣਾ। ਕਹੇ ਤਾਂ ਲੈ ਕਰ ਉੱਪਰ ਧਰੋ, ਸਾਰਿਆਂ ਨੂੰ ਮਾਰ ਕੇ ਲੈ ਜਾ। ਨਹੀਂ ਮਹਾਰਾਜ ਨਹੀਂ, ਭਗਤ ਕਦੇ ਕਿਸੇ ਨਾਲ ਈਰਖਾ ਨਹੀਂ ਕਰਦੇ। ਫਿਰ ਕੀ ਰੌਲਾ? ਤੈਨੂੰ ਕਿਵੇਂ ਸੰਗਲ ਪਾਏ ਹੈ? ਕਿਉਂ ਬੰਨਿਆ ਅਗਾਂਹ ਪਿੱਛੇ? ਕਹੇ ਤਾਂ ਮੋਈ ਹੋਈ ਗਊ ਦਿਉ ਜੋ ਆਏ। ਨਾਮ ਦੇ ਕਹਿੰਦਾ ਇਹ ਠੀਕ ਹੈ, ਜੀਵਨ ਦੇਣਾ ਠੀਕ ਹੈ, ਜੀਵਨ ਖੋਣਾ ਮਾੜਾ ਹੈ। ਕਹੋ ਸਤਨਾਮ। ਜੀਵਨ ਦੇਣਾ ਠੀਕ ਹੈ। ਪ੍ਰਣਬੈ ਨਾਮਾ ਸੇਲ ਮਸੇਲ, ਗਊ ਦੁਹਾਈ ਬਛੜਾ ਮੇਲ। ਤੂੰ ਆ ਗਾਂ ਜਿਉਂਦੀ ਕਰਦੀ, ਉਹ ਭੁੱਖਾ ਬੱਚਾ ਕੱਲ੍ਹ ਦਾ ਰੰਭੀ ਜਾਂਦਾ, ਇਹ ਮਾਂ ਪੁੱਤ ਦਾ ਮਿਲਾਪ ਕਰਾ ਦੇ। ਕਹੋ ਸਤਨਾਮ ਸੀ। ਗਾਂ ਜਿਉਂਦੀ ਕਰਤੀ। ਮੰਤਰੀਆਂ ਨੇ ਵਜ਼ੀਰਾਂ ਨੇ ਬੱਚਾ ਛੱਡਿਆ, ਗਾਂ ਚੋਈ ਗਈ। ਦੋਨੇ ਵਿੱਚ ਚੋਕੇ ਦੁੱਧ ਹੈ ਦੋਏ ਜਾਂ ਮਟਕੀ ਭਰੀ ਲੈ। ਉਸ ਰਾਜੇ ਦੇ ਲਿਜਾ ਕੇ ਮੂਹਰੇ ਧਰਤੀ, ਕਹਿੰਦੇ ਜੀ ਗਾਂ ਜਿਉਂਦੀ ਹੋ ਗਈ। ਅੱਛਾ। ਉਹਨੇ ਥੋੜ੍ਹਾ ਦੁੱਧ ਪਾ ਕੇ ਚੂਲੀ 'ਤੇ ਪੀਤਾ, ਢਿੱਡ ਦੁਖਣ ਲੱਗ ਗਿਆ ਰਾਜੇ ਦਾ। ਮੁੜ ਕੇ ਢਿੱਡ ਨਾ ਹਟੇ। ਕਹੋ ਸਤਨ। ਸਾਰੇ ਵੈਦਾਂ ਨੇ ਜ਼ੋਰ ਲਾ ਲਿਆ, ਦਵਾਈਆਂ ਦੇ ਕੇ ਢਿੱਡ ਨਾ ਹਟੇ। ਫਿਰ ਸਿਆਣੇ ਬੰਦੇ ਕਹਿੰਦੇ ਰਾਜਾ ਸਾਹਿਬ ਤੁਸੀਂ ਬਿਨਾਂ ਗੱਲ ਤੋਂ ਐਵੇਂ ਭਗਤ ਨੂੰ ਦੁੱਖ ਦਿੱਤੇ ਆ, ਜਾ ਕੇ ਉਹ ਤੋਂ ਮਾਫੀ ਮੰਗ ਲਓ। ਉਹ ਮਾਫੀ ਮੰਗਦਾ। ਰਾਜਾ ਕਹਿੰਦਾ ਯਾਰ ਮੈਨੂੰ ਵੀ ਗਊ ਵਾਂਗੂ ਮਾਫ ਕਰ ਦੇ, ਗਲਤੀ ਹੋ ਗਈ ਮੈਥੋਂ। ਮੈਨੂੰ ਐਵੇਂ ਲੋਕਾਂ ਨੇ ਚੱਕਤਾ, ਲੋਕਾਂ ਨੇ ਮਗਰ ਲਾ ਕੇ ਮੈਂ ਤੈਨੂੰ ਦੁੱਖ ਦੇ ਬੈਠਾ, ਮਾਫ ਕਰ ਦੇ। ਕਹਿੰਦਾ ਮੈਂ ਤਾਂ ਕੁਛ ਨਹੀਂ ਕਹਿੰਦਾ, ਇਹ ਤੈਨੂੰ ਇੱਕ ਤਜਰਬਾ ਦਿਖਾਇਆ ਰੱਬ ਨੇ ਵੀ ਐਵੇਂ ਲੋਕਾਂ ਨੇ ਮਗਰ ਲਾ ਕੇ ਭਗਤਾਂ ਨੂੰ ਦੁੱਖ ਨਹੀਂ ਦੇਈਦੇ ਹੁੰਦੇ। ਕਹੋ ਸਤਨਾਮ ਸੀ। ਖੈਰ ਸਮਾਪਤੀ ਵੱਲ ਹੋਈਏ। ਪ੍ਰੀਤਮ ਜੀ ਕਹਿੰਦੇ ਉਹ ਬੜਾ ਬੇਅੰਤ ਹੈ। ਗੁਰਮੁਖ ਹਿਰਦੈ ਜਾ ਕੇ ਹਰ ਹਰ,
सोई भगत एकाती जियो, अमोघ दर्शन बेअंत अपारा। ਉਹਦੇ ਦਰਸ਼ਨ ਅਮੋਘ ਹਨ। ਭਾਵ ਉਹਦੇ ਜਿਹੜੇ ਦਰਸ਼ਨ ਹਨ ਉਹ ਅੰਤ ਤੋਂ ਰਹਿਤ ਹੈ, ਉਹ ਬੜੇ ਬੇਅੰਤ ਹਨ। ਅਮੋਘ, ਅਮੋਘ ਹੁੰਦਾ ਉਹ ਤੀਰ ਜਿਹੜਾ ਨਿਸ਼ਾਨੇ 'ਤੇ ਜਾ ਕੇ ਮਾਰਦਾ ਹੀ ਮਾਰਦਾ ਹੈ ਅਤੇ ਪਰਮੇਸ਼ਰ ਦੇ ਦਰਸ਼ਨ ਤਾਰਦੇ ਹੀ ਤਾਰਦੇ ਹੈ। ਪਰਮੇਸ਼ਰ ਦੇ ਦਰਸ਼ਨ ਜਿਹੜੇ ਹਨ ਉਹ ਤਾਰਨ ਵਾਲੇ ਹਨ। ਅਮੋਘ, ਜਿਨ੍ਹਾਂ ਨੂੰ ਮੋੜਿਆ ਨਹੀਂ ਜਾ ਸਕਦਾ, ਫਲ ਦੇਣ ਵਾਲੇ ਹਨ। ਬੜ ਸਮਰੱਥ ਸਦਾ ਦਾ ਤਾਰਾ, ਉਹ ਬੜਾ ਸਮਰੱਥ ਹੈ, ਦਾਤਾਂ ਦੇਣ ਵਾਲਾ ਹੈ। ਤਾਂ ਤੇ ਆਓ ਗੁਰਮੁਖੋ, ਪੰਜਵੇਂ ਪ੍ਰੀਤਮ ਜੀ ਆਖਰੀ ਪੰਕਤੀ ਵਿੱਚ ਕਹਿੰਦੇ, ਗੁਰਮੁਖ ਨਾਮ ਜਪੀਐ ਤਿਤ ਤਰੀਐ। ਆਓ ਆਪਾਂ ਵੀ ਉਹਦਾ ਨਾਮ ਜਪੀਏ। ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਬਿਰਲੀ ਜਾਤੀ ਜੀਓ। ਪਰ ਪਰਮੇਸ਼ਰ ਦੀ ਗਤੀ ਨੂੰ ਬਿਰਲਿਆਂ ਨੇ ਜਾਣਿਆ ਹੈਨ ਬਿਰਲੇ, ਨਾ ਹੀ ਘਣੇ ਫੈਲ ਫਕੜ ਸੰਸਾਰ। ਇਹ ਫੈਲਿਆ ਹੋਇਆ ਝੂਠਾ ਸੰਸਾਰ ਤਾਂ ਬਹੁਤ ਵੱਡਾ ਹੈ, ਪਰ ਕਿਤੇ ਕਿਤੇ ਨਾਮ ਜਪਣ ਵਾਲਿਆਂ ਨੇ ਥੰਮੀਆਂ ਲਾਈਆਂ ਤਾਂ ਇਹ ਦੁਨੀਆ ਖੜੀ ਹੈ। ਕੋ ਸਤਨਾਮ ਸ੍ਰੀ, ਉਹਨਾਂ ਦੇ ਸਹਾਰੇ ਖੜੀ ਆ, ਨਹੀਂ ਤਾਂ ਅੱਜ ਨੂੰ ਗਰਕ ਹੋ ਜਾਂਦੀ। ਇਹ ਰੱਬ ਦੇ ਪਿਆਰਿਆਂ ਦੇ ਸਿਰ 'ਤੇ ਖੜੀ ਹੈ। ਖੈਰ, ਇਹ ਸੀ ਅੱਜ ਦੇ ਸ਼ਬਦ ਦੀ ਵਿਚਾਰ। ਅੱਗੇ ਪਾਤਸ਼ਾਹ ਇਸੇ ਵਿਸ਼ੇ 'ਤੇ ਅਗਲੇ ਸ਼ਬਦ ਵਿੱਚ ਕੀ ਕਹਿੰਦੇ ਆ? ਮਾਝ ਮਹੱਲਾ ਪੰਜਵਾ, ਕਹਿਆ ਕਰਨਾ ਦਿੱਤਾ ਲੈਣਾ। ਪਰਮੇਸ਼ਰ ਦੀ ਸਿਫਤ ਕਰਦੇ ਆ ਹੁਣ ਸਾਨੂੰ ਸਮਝਾ ਕੇ, ਫਿਰ ਉਹਨੂੰ ਕਹਿੰਦੇ ਆ ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਸਾਨੂੰ ਕਹਿੰਦੇ ਪਰਮੇਸ਼ਰ ਨਾਲ ਜੁੜ ਗਏ, ਉਹਦੀ ਸਿਫਤ ਦਾ ਸ਼ਬਦ ਉਚਾਰਿਆ ਅਗਲਾ। ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।